ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਸ ਦਾ। ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਸ ਦਾ। ਤਨ ਤਨ ਆਉਣਾ ਉਸ ਦਾ। ਅੰਤ ਜਗਤ ਤਰ ਜਾਵੇ, ਤਨ ਤਨ ਆਉਣਾ ਉਸ ਦਾ। ਪਿਆਰੇ ਤਨ ਤਨ ਆਉਣਾ ਉਸ ਦਾ। ਮੇਰੇ ਪਿਆਰੇ ਤਨ ਤਨ ਆਉਣਾ ਉਸ ਦਾ। ਤਨ ਤਨ ਆਉਣਾ ਉਸ ਦਾ। ਵਾਹ ਵਾਹ ਤਨ ਤਨ ਆਉਣਾ ਉਸ ਦਾ। ਤਨ ਤਨ ਆਉਣਾ ਉਸ ਦਾ। ਅੰਤ ਜਗਤ ਤਰ ਜਾਵੇ, ਤਨ ਤਨ ਆਉਣਾ ਉਸ ਦਾ। ਸੋ ਧਨਵੰਤ ਪਤਵੰਤ ਕੁਲਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕੋਈ ਬਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ, ਇਹ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ। ਬਿਰਲੇ ਜਗ ਆਉਂਦੇ ਨੇ
ਵਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ, ਵਿਰਲੇ ਜਗ ਆਉਂਦੇ ਨੇ ਓਏ ਬਖਸ਼ੀਆਂ ਰੂਹਾਂ ਵਾਲੇ, ਵਿਰਲੇ ਜਗ ਆਉਂਦੇ ਨੇ। ਰੂਹਾਂ ਵਾਲੇ ਬਖਸ਼ੀਆਂ ਰੂਹਾਂ ਵਾਲੇ, ਬਖਸ਼ੀਆਂ ਰੂਹਾਂ ਵਾਲੇ, ਓ ਬਖਸ਼ੀਆਂ ਰੂਹਾਂ ਵਾਲੇ, ਬਖਸ਼ੀਆਂ ਰੂਹਾਂ ਵਾਲੇ, ਜਗ ਆਉਂਦੇ ਨੇ ਓਏ ਬਖਸ਼ੀਆਂ ਰੂਹਾਂ ਵਾਲੇ, ਵਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਗੁਰੂ ਚਰਨਾਂ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਫਲੀਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ। ਉੱਥੇ ਧੰਨ ਧੰਨ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਉਹਨਾਂ ਦੀ ਪਾਵਨ ਪਵਿੱਤਰ ਬਰਸੀ ਦੇ ਸੰਬੰਧ ਵਿੱਚ ਇੱਥੇ ਪੁੱਜੇ। ਗੁਰੂ ਕੀ ਸੰਗਤ ਦੁਨੀਆ ਤੇ ਜੋ ਆਇਆ ਉਹਨੇ ਚਲਿਆ ਜਾਣਾ ਹੈ, ਪਰ ਸਤਿਪੁਰਸ਼ਾਂ ਦਾ ਆਉਣਾ ਵੀ ਵੱਖਰਾ ਹੁੰਦਾ ਤੇ ਉਹਨਾਂ ਦਾ ਜਾਣਾ ਵੀ ਵੱਖਰਾ ਹੁੰਦਾ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਪਟਿਆਲੇ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਹੈ ਆਲੋਵਾਲ, ਹੁਣ ਤਾਂ ਕੁਛ ਜ਼ਿਆਦਾ ਗਿਣਤੀ ਹੋ ਗਈ। ਇਹ ਜੱਟਾਂ ਦਾ ਪਿੰਡ ਹੈ। ਗੁਰੂ ਕੀ ਸੰਗਤ ਸੰਤ ਜੀ ਮਹਾਰਾਜ ਅੱਜ ਤੋਂ ਕਾਫੀ ਸਮੇਂ ਪਹਿਲਾਂ 5 ਅਗਸਤ ਮੁਤਾਬਕ ਗੁਰੂ ਕੀ ਸੰਗਤ ਸੰਤ ਜੀ ਮਹਾਰਾਜ ਨੇ 1905 ਵਿੱਚ ਇਸ ਨਗਰ ਦੀ ਧਰਤੀ ਨੂੰ ਭਾਗ ਲਾਏ। ਰਾਮ ਸਿੰਘ ਨੰਬਰਦਾਰ ਸੀ, ਉਹਦੇ ਘਰੇ ਆਪ ਜੀ ਨੇ ਮਾਫ ਕਰਨਾ ਆਪਣਾ ਅਵਤਾਰ ਧਾਰਨ ਕੀਤਾ। ਆਪ ਜੀ ਦੀ ਮਾਤਾ ਦਾ ਪਵਿੱਤਰ ਨਾਮ ਸ਼ੁਭ ਨਾਮ ਰਤਨ ਕੌਰ ਸੀ। ਮੁੱਕਦੀ ਗੱਲ ਕੀ ਸਾਧ ਸੰਗਤ ਜੀ, ਕੋਈ ਪਿੰਡ ਬਹੁਤਾ ਵੱਡਾ ਨਹੀਂ ਸੀ। ਕਿਸੇ ਸਮੇਂ ਦੀ ਗੱਲ ਹੈ, ਆਪਣੀ ਇੱਕ ਹੱਡ ਬੀਤੀ ਲੱਗੇ ਹਾਂ ਦੱਸਣ। ਅਸੀਂ ਅਨੰਦਪੁਰ ਸਾਹਿਬ ਜਦੋਂ 1999 ਦੇ ਵਿੱਚ ਖਾਲਸਾ ਮਾਰਚ ਯਾਨੀ ਖਾਲਸਾ ਨਗਰ ਕੀਰਤਨ ਆਰੰਭ ਕਰਨਾ ਸੀ, ਉਸ ਸਮੇਂ SGPC ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌੜਾ ਹੁੰਦੇ ਸਨ। ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰਕੇ ਰੋਪੜ ਭੱਠਾ ਗੁਰਦੁਆਰਾ ਭੱਠਾ ਸਾਹਿਬ, ਉੱਥੋਂ ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ ਤੋਂ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਤੱਕ ਪੁੱਜ ਜਾਣਾ ਸੀ। ਮੇਰੇ ਬਜ਼ੁਰਗ ਕਿਤੇ ਆ ਕੇ ਸਾਧ ਸੰਗਤ ਜੀ ਕੋਲ ਮੇਰੇ ਖੜ ਗਏ। ਮੈਂ ਕਿਹਾ ਆਓ ਬਾਪੂ ਜੀ ਤੁਹਾਨੂੰ ਇੱਕ ਗੱਲ ਦੱਸਾਂ। ਸਾਹਮਣੇ ਸਰਦਾਰ ਗੁਰਚਰਨ ਸਿੰਘ ਟੌੜਾ ਖੜਾ ਸੀ। ਮੈਂ ਕਿਹਾ ਸਾਡੇ SGPC ਦੇ ਪ੍ਰਧਾਨ ਨੇ, ਮਾਫ ਕਰਨਾ ਗੁਰੂ ਕੀ ਸੰਗਤ। ਉਸ ਸਮੇਂ ਮੈਂ ਪ੍ਰਧਾਨ ਜੀ ਨੂੰ ਵੀ ਕਿਹਾ, ਮੈਂ ਪ੍ਰਧਾਨ ਜੀ ਇਹ ਮੇਰੇ ਬਜ਼ੁਰਗ ਹਨ,
ਮੇਰੇ ਬਜ਼ੁਰਗਾਂ ਦਾ ਸਾਦਾ ਜਿਹਾ ਲਿਬਾਸ ਦੇ ਕੇ ਨਾ ਸਰਦਾਰ ਗੁਰਚਰਨ ਸਿੰਘ ਟੌੜਾ ਨੇ ਹੱਥ ਜੋੜ ਕੇ ਅੱਖਾਂ ਦੇ ਚੋਂ ਹੰਝੂ ਬਹਿਣ ਲੱਗ ਗਏ। ਮੈਂ ਕਿਹਾ ਪ੍ਰਧਾਨ ਜੀ ਤੁਸੀਂ ਰੋਏ ਕਿਉਂ? ਉਹ ਬਾਪੂ ਜੀ ਵੱਲ ਵੇਖਦੇ ਰਹੇ। ਅਖੀਰ ਉਹਨਾਂ ਨੇ ਇੱਕ ਬੜੀ ਮਾਰਕੇ ਦੀ ਗੱਲ ਕਹੀ। ਮੇਰੇ ਬਜ਼ੁਰਗ ਨੂੰ ਲੱਗੇ ਕਹਿਣ, ਕਹਿੰਦੇ ਬਜ਼ੁਰਗਾ ਪੜ੍ਹਿਆ ਸੀ ਕਿਤਾਬਾਂ ਦੇ ਵਿੱਚ ਕਿ ਦਾਨੀ ਸੂਰਮੇ ਤੇ ਸੰਤ ਇਹ ਗਰੀਬਾਂ ਦੇ ਘਰੇ ਜਨਮ ਲੈਂਦੇ ਨੇ। ਅੱਜ ਅੱਖੀ ਵੇਖ ਰਿਹਾ ਸੰਤ ਜੀ ਮਹਾਰਾਜ ਦਾ ਨਗਰ ਬਹੁਤ ਛੋਟਾ ਸੀ। ਅੱਜ ਦੁਨੀਆ ਦੇ ਵਿੱਚ ਰਾਣਾ ਸਾਹਿਬ ਦੇ ਨਾਮ ਨੂੰ ਕੌਣ ਨਹੀਂ ਜਾਣਦਾ, ਜਿਨ੍ਹਾਂ ਨੇ ਅੱਧੀ ਸਦੀ 50 ਸਾਲ ਗੁਰਮਤ ਦਾ ਪ੍ਰਚਾਰ ਕਰਕੇ ਪਰਮੇਸ਼ਰ ਤੋਂ ਭੁੱਲੀਆਂ ਰੂਹਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਵਾਲੇ ਬਣਾਇਆ। ਪਟਿਆਲੇ ਤੋਂ ਇੱਕ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਐਡੀਟਰ ਉਹਦਾ ਲੇਖ ਸ਼ਬਦਾ ਸੀ। ਉਹਨੇ ਇੱਕ ਦਿਨ ਇੱਕ ਲੇਖ ਦੇ ਵਿੱਚ ਲਿਖਿਆ, SGPC ਜਿਹਦੇ ਕੋਲ ਕਰੋੜਾਂ ਦੇ ਬਜਟ ਨੇ, ਇਹਨਾਂ ਅੰਮ੍ਰਿਤ ਸੰਚਾਰ SGPC ਮਾਫ ਕਰਨਾ ਜਿਹਦੇ ਕੋਲ ਕਰੋੜਾਂ ਦੇ ਬਜਟ ਨੇ ਉਹ ਨਹੀਂ ਕਰ ਸਕੀ। ਇੰਨੇ ਬੰਦਿਆਂ ਨੂੰ ਅੰਮ੍ਰਿਤ ਉਹ ਨਹੀਂ ਛਕਾ ਸਕੇ ਜਿੰਨੇ ਬੰਦਿਆਂ ਨੂੰ ਅੰਮ੍ਰਿਤ ਦੀ ਦਾਤ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਨੇ ਢੋਲਕੀ ਵਾਜੇ ਤੇ ਚੁਮਟੇ ਨਾਲ ਕੀਰਤਨ ਕਰਕੇ ਸਤਸੰਗ ਜੀ ਦਿੱਤੀ ਹੈ। ਇੱਕ ਵਾਰੀ ਉਹਨਾਂ ਦੇ ਚਰਨਾਂ ਵਿੱਚ ਜਿਹੜਾ ਆਉਂਦਾ ਸੀ ਉਹਨਾਂ ਦਾ ਬਣ ਕੇ ਰਹਿ ਜਾਂਦਾ ਸੀ। ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਮ ਜੀਓ। ਸੰਤ ਮਹਾਰਾਜ ਜੀ ਸੰਤਾਂ ਦਾ ਇਤਨਾ ਸਤਿਕਾਰ ਕਰਿਆ ਕਰਦੇ ਸਨ। ਅੱਜ ਤੇ ਜ਼ਮਾਨੇ ਬਦਲ ਗਿਆ, ਬਿਨਾਂ ਨਿੰਦਾ ਤੋਂ ਸਾਡੇ ਕੋਲ ਗੱਲ ਨਹੀਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸ਼ਬਦ ਪੜ੍ਹਿਆ ਗਿਆ, ਧੰਨ 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 ਜਨ ਆਇਆ। ਕਈ ਕਹਿੰਦੇ ਨੇ ਸ਼ਬਦ ਗੁਰੂ ਵਾਸਤੇ ਵਰਤਿਆ ਕਿ ਗੁਰੂ ਨੂੰ ਕਦੀ ਕਿਸੇ ਨੇ ਜਨ ਕਿਹਾ? ਜਨ ਦੇ ਅਰਥ ਕੀ ਨਿਕਲਦੇ ਨੇ? ਸੇਵਕ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜਨ ਦੇ ਅਰਥ ਕੀ ਨਿਕਲਦੇ ਨੇ? ਦਾਸ। ਜਨ ਦੇ ਅਰਥ ਕੀ ਨਿਕਲਦੇ ਨੇ? ਭਗਤ। ਜਨ ਦੇ ਅਰਥ ਕੀ ਨਿਕਲਦੇ ਨੇ? ਮਾਫ ਕਰਨਾ ਗੁਰੂ ਕੀ ਸੰਗਤ, ਜਿਹਨੂੰ ਦੂਜੇ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ, ਕੋਈ ਪਰਉਪਕਾਰੀ ਰੂਹ। ਮੁੱਕਦੀ ਗੱਲ ਕੀ ਸਾਧ ਸੰਗਤ ਜੀ, ਸੰਤ ਜੀ ਮਹਾਰਾਜ ਸੰਤਾਂ ਦਾ ਕਿੰਨਾ ਸਤਿਕਾਰ ਕਰਿਆ ਕਰਦੇ ਸਨ। ਸੰਤ ਮਾਰਗ ਦੇ ਬਾਨੀ ਸੰਤ ਬਾਬਾ ਅਤਰ ਸਿੰਘ ਮਸਤੂਮਾਣੇ ਵਾਲੇ ਮਹਾਂਪੁਰਖ, ਅਹਿਮਦਗੜ੍ਹ ਰਾੜਾ ਸਾਹਿਬ ਤੋਂ, ਅਹਿਮਦਗੜ੍ਹ ਦੀ ਮੰਡੀ ਵੀ ਹੈ, ਬਹੁਤ ਦੂਰ ਨਹੀਂ ਪੈਂਦਾ, ਨਾਲ ਲੱਗਦਾ। ਸੰਗਤਾਂ ਨੇ ਬੇਨਤੀ ਕਰਨੀ ਸੰਤ ਬਾਬਾ ਅਤਰ ਸਿੰਘ ਮਸਤੂਮਾਣੇ ਵਾਲਿਆਂ ਨੂੰ, ਬਾਬਾ ਜੀ ਸਾਡੇ ਇਲਾਕੇ 'ਚ ਵੀ ਚਰਨ ਪਾਓ, ਕਿਤੇ ਕੀਰਤਨ ਕਰੋ। ਇਹ ਸਿੱਧੀਆਂ ਧਾਰਨਾ ਦਾ ਕੀਰਤਨ ਸੰਤ ਬਾਬਾ ਅਤਰ ਸਿੰਘ ਮਸਤੂਮਾਣੇ ਵਾਲਿਆਂ ਤੋਂ ਹੀ ਚੱਲਿਆ ਸੀ। ਮੁੱਕਦੀ ਗੱਲ ਕੀ, ਸੰਤ ਬਾਬਾ ਅਤਰ ਸਿੰਘ ਮਸਤੂਮਾਣੇ ਮਹਾਂਪੁਰਖ ਲੱਗੇ ਕਹਿਣ, ਪ੍ਰੇਮੀਓ ਗੁਰੂ ਕੀ ਸੰਗਤ ਤੁਹਾਡੇ ਇਲਾਕਿਆਂ 'ਚ ਜਾਣ ਦੀ ਕੀ ਲੋੜ ਹੈ? ਤੁਹਾਡੇ ਇਲਾਕੇ ਦੇ ਵਿੱਚ ਤਾਂ ਇੱਕ ਉਸ ਬਖਸ਼ੀ ਰੂਹ ਨੇ ਅਵਤਾਰ ਮਾਫ ਕਰਨਾ ਆਉਣਾ, ਜਿਹੜਾ ਕੀਰਤਨ ਦੀਆਂ ਝੜੀਆਂ ਲਾ ਦੂਗਾ ਖਾਲਸਾ ਜੀ। ਉਹ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਆਏ। ਮੁੱਕਦੀ ਗੱਲ ਕੀ, ਗੁਰੂ ਕੀ ਸੰਗਤ ਅੱਜ ਤਾਂ ਗੱਲਾਂ ਕਰਦੇ ਹਾਂ ਅਸੀਂ, ਸੰਤ ਮਾਰ ਦੀ ਕਮਾਈ ਇੱਥੇ ਮੁੱਕ ਨਹੀਂ ਸਕਦਾ ਕੁਝ ਵੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅੱਜ ਕੱਲ੍ਹ ਜਿਹੜੇ ਲੋਕ ਉੱਥੇ ਰਾੜਾ ਸਾਹਿਬ ਦਰਸ਼ਨ ਕਰਦੇ ਨੇ, ਜਾ ਕੇ ਦੇਖਦੇ ਨੇ, ਇਹ ਸੰਤਾਂ ਦੇ ਆ ਬਸਤਰ ਬੜੇ ਬਹੁਮੁੱਲੇ ਨੇ ਜੀ, ਜੋੜੇ ਬੜੇ ਬਹੁਮੁੱਲੇ ਨੇ। ਪਰ ਸੰਤਾਂ ਦੀ ਉਹ ਤਪੱਸਿਆ ਜਿਹੜੀ ਉਹਨਾਂ ਨੇ ਰਾੜੇ ਦੀ ਢੱਕੀ ਵਿੱਚ ਕੀਤੀ ਹੈ, ਉਹਨਾਂ ਸਮਿਆਂ ਦੇ ਵਿੱਚ ਬੜਾ ਜੰਗਲ ਹੁੰਦਾ ਸੀ, ਬੀਆਬਾਨ ਉਜਾੜ, ਉੱਥੋਂ ਲੰਘਣਾ ਵੀ ਬੜਾ ਔਖਾ ਸੀ। ਗਿਆਨ ਸਿੰਘ ਰਾੜੇ ਵਾਲਾ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦਾ ਜਮਾਤੀ ਸੀ। ਮਾਡਲ ਟਾਊਨ ਪਟਿਆਲੇ ਦੇ ਵਿੱਚ ਪੜ੍ਹਦੇ ਰਹੇ। ਸੰਤ ਜੀ ਮਹਾਰਾਜ, ਕੁਦਰਤੀ ਗੱਲ ਹੈ, ਸੰਤ ਬਾਬਾ ਕਿਸ਼ਨ ਸਿੰਘ ਜੀ ਛੋਟੇ ਮਹਾਂਪੁਰਸ਼ ਇਹਨਾਂ ਨੂੰ ਕਿਹਾ ਜਾਂਦਾ, ਉਹ ਮਿਲਟਰੀ 'ਚ ਸਨ।
ਮਿਲਟਰੀ ਦੇ ਵਿੱਚ ਕੀਰਤਨ ਹੁੰਦਾ ਹੀ ਆ, ਸੰਤ ਮਹਾਰਾਜ ਉੱਥੇ ਜਾਇਆ ਕਰਦੇ। ਸਾਧ ਸੰਕੀਰਤਨ ਉੱਥੇ ਜਾ ਕੇ ਚਿਮਟਾ ਵਗੈਰਾ ਵਜਾਉਣਾ, ਨਾਲ ਕੀਰਤਨ ਕਰਾਉਣਾ, ਜਿੱਥੋਂ ਦੋਨਾਂ ਮਹਾਂਪੁਰਖਾਂ ਦਾ ਆਪਸ ਵਿੱਚ ਪਿਆਰ ਪਿਆ। ਸੰਤ ਮਹਾਰਾਜ ਦਾ ਜਿਹੜਾ ਫੁੱਫੜ ਸੀ ਮਹਾਰਾਜਾ ਪਟਿਆਲਾ ਦਾ, ਮਾਫ ਕਰਨਾ ਗੁਰੂ ਕੀ ਸੰਗਤ ਲੱਸੀ ਖਾਨੇ ਦਾ, ਉਹ ਦੀਵਾਨ ਵੀ ਸੀ, ਵਜ਼ੀਰ ਵੀ ਸੀ। ਉਹਦਾ ਨਾਂ ਸੀ ਦਲੀਪ ਸਿੰਘ। ਸੰਤ ਮਹਾਰਾਜ ਦੀ ਪਹਿਰ ਰਾਤ ਰਹਿੰਦੀ, ਉੱਠ ਕੇ ਦਾਤਨ ਕੁਰਲਾ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਨਾ ਗੁਰੂ ਕੀ ਸੰਗਤ ਰਾਤ ਦੇ 1 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਬੈਠੇ ਰਹਿੰਦੇ। ਇੱਕ ਦਿਨ ਸਰਦਾਰ ਦਲੀਪ ਸਿੰਘ ਨੇ ਆਖਿਆ, ਨਜ਼ਰ ਪਈ, ਆਖਿਆ ਪਹਿਲਾਂ ਨਾ ਗੁਲਾਬ ਸਿੰਘ ਹੀ, ਗੁਲਾਬ ਸਿਆਂ ਇਹ ਭਗਤੀ ਕਰਦਾ ਕਿ ਦਿਖਾਵਾ ਕਰਦਾ? ਕਹਿਤਾ ਜੀ ਬਜ਼ੁਰਗੋ ਮੈਂ ਦਿਖਾਵਾ ਕੀ ਕਰਨਾ, ਮੈਂ ਤਾਂ ਗੁਰੂ ਨਾਨਕ ਦੀ ਬਾਣੀ ਪੜ੍ਹਦਾ। ਪਟਿਆਲੇ ਦਾ ਮੰਨਿਆ ਸਾਧ ਟੋਬਾ ਬਾਬਾ ਧਿਆਨਾ, ਮਹਾਂਪੁਰਖਾਂ ਦੀ ਸੰਗਤ ਕਰਿਆ ਕਰੋ ਜੇ ਜੀਵਨ ਸਫਲਾ ਕਰਨਾ। ਤੇ ਇੱਕ ਵਾਰੀ ਕਹਿ ਦੇ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦੇ ਵਾਹਿਗੁਰੂ। ਮੈਂ ਦੇਖ ਰਿਹਾ ਇਹਨਾਂ ਕੰਟਰੀਆਂ ਦੇ ਵਿੱਚ, ਮਾਫ ਕਰਨਾ ਗੁਰੂ ਕੀ ਸੰਗਤ, ਕਿਵੇਂ ਲੋਕਾਂ ਦੀ, ਇਹਨਾਂ ਲੋਕਾਂ ਦੀ ਗਿਣਤੀ ਘਟ ਰਹੀ ਹੈ। ਚਰਚਾਂ 'ਚ ਘਟ ਜਾਂਦੇ ਨੇ, ਮੁੱਕਦੀ ਗੱਲ ਕੀ ਇੱਕ ਦਿਨ ਜਾਂਦੇ ਨੇ। ਅਸੀਂ ਇੱਥੇ ਆਉਂਦੇ ਹਾਂ ਪਿਆਰ ਲੈਣ ਵਾਸਤੇ, ਇੱਕ ਵਾਰੀ ਕਹਿ ਦੇ ਵਾਹਿਗੁਰੂ। ਇੱਥੇ ਆਉਂਦੇ ਹਾਂ ਅਸੀਂ ਸਿੱਖਿਆ ਲੈਣ ਵਾਸਤੇ, ਇੱਥੇ ਆਉਂਦੇ ਹਾਂ ਅਸੀਂ ਗੁਰੂ ਦੀ ਗੱਲ ਸੁਣਨ ਵਾਸਤੇ, ਇੱਥੇ ਆਉਂਦੇ ਹਾਂ ਅਸੀਂ ਸੇਵਾ ਦੀ ਜਾਚ ਸਿੱਖਣ ਵਾਸਤੇ। ਪਰ ਗੁਰੂ ਕੀ ਸੰਗਤ ਜਦੋਂ ਸਾਡੇ ਗੁਰੂ ਘਰਾਂ ਦੇ ਵਿੱਚ ਜੁੱਤੀਆਂ ਖੜਕਦੀਆਂ ਨੇ, ਸਾਡੇ ਬੱਚੇ ਮੁੜ ਕੇ ਨਾ ਗੁਰਦੁਆਰੇ ਜਾਣ ਦਾ ਨਾਂ ਨਹੀਂ ਲੈਂਦੇ। ਜੇ ਇਹ ਗੱਲ ਗਲਤ ਹੈ ਤਾਂ ਜਵਾਬ ਦਿਓ ਸਾਧ ਸੰਗਤ ਜੀ। ਬੱਚੇ ਕਹਿੰਦੇ ਉੱਥੇ ਕੀ ਕਰਨਾ, ਉੱਥੇ ਤਾਂ ਲੜਾਈਆਂ ਝਗੜੇ ਹੁੰਦੇ ਨੇ। ਪਰ ਸੱਜਣੋ, ਟੋਬਾ ਬਾਬਾ ਧਿਆਨਾ, ਸੰਤ ਬਾਬਾ ਕਿਸ਼ਨ ਸਿੰਘ, ਸੰਤ ਬਾਬਾ ਈਸ਼ਰ ਸਿੰਘ ਰਾਲੇ ਵਾਲੇ, ਇਹਨਾਂ ਕਿਹਾ ਵੀ ਪਰਮੇਸ਼ਰ ਦੀ ਭਗਤੀ ਕਰਨੀ। ਸੰਤਾਂ ਨੇ ਆਖਿਆ ਮੈਂ ਵੀ ਨੌਕਰੀ ਛੱਡ ਦੇਣੀ। ਸੰਤ ਕਿਸ਼ਨ ਸਿੰਘ ਨੇ ਕਿਹਾ, ਬਾਣੀ ਪੜ੍ਹਦੇ ਸਨ, ਨਿਤਨੇਮ ਕਰਦੇ ਸਨ, 5 ਘੰਟੇ ਦੀ ਅੰਮ੍ਰਿਤ ਵੇਲੇ ਦੀ ਸਮਾਧੀ ਸੀ। ਫਿਰ ਵੀ ਦੋਨਾਂ ਮਹਾਂਪੁਰਖਾਂ ਨੇ ਸਲਾਹ ਕੀਤੀ ਕਿ ਫਿਰ ਵੀ ਕਿਸੇ ਕਮਾਈ ਵਾਲੇ ਮਹਾਂਪੁਰਸ਼ ਦੀ ਸ਼ਰਨ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਸੰਤ ਸ਼ਰਨ ਜੋ ਜਨ ਪਰੇ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਮਾਫ ਕਰਨਾ ਦੋ ਰਾਹ ਨੇ, ਇੱਕ ਤਰਨ ਦਾ ਰਾਹ, ਮਾਫ ਕਰਨਾ ਸਤ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ, ਦੂਜੇ ਪਾਸੇ ਡੁੱਬਣ ਦਾ ਰਾਹ ਹੈ ਸੰਤਾਂ ਦੀ ਨਿੰਦਾ ਕਰਨੀ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਇਹ ਰਸਤਾ ਤੇ ਤੁਹਾਨੂੰ ਆਪ ਹੀ ਚੂਜ਼ ਕਰਨਾ ਪੈਣਾ। ਦੋਨਾਂ ਮਹਾਂਪੁਰਖਾਂ ਨੇ ਵਿਚਾਰ ਕੀਤੀ ਵੀ ਟੋਬਾ ਬਾਬਾ ਧਿਆਨਾ ਦੇ ਚਰਨਾਂ ਵਿੱਚ ਚੱਲੀਏ। ਟੋਬਾ ਬਾਬਾ ਧਿਆਨਾ ਜੀ ਨਗਰ ਰਹਿੰਦੇ ਸਨ, ਬੜੀ ਮਸਤਾਨੀ ਬਿਰਤੀ ਦੇ ਸਾਧੂ ਸਨ। 8 ਪਰ 7ਵੀਂ ਭੂਮਿਕਾ 'ਚ ਰਹਿੰਦੇ ਸਨ। 150 ਸਾਲ ਦੀ ਉਮਰ ਭੋਗ ਕੇ ਫਿਰ ਸੱਚਖੰਡ ਗਏ ਨੇ ਟੋਬਾ ਬਾਬਾ ਧਿਆਨਾ ਜੀ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਅੱਜ ਵੀ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ। ਕਈ ਵਾਰ ਉਹਨਾਂ ਕਿਹਾ ਬਾਬਾ ਜੀ ਕੋਈ ਸਮਾਂ ਕੱਢੋ, ਸਮਾਂ ਦਿਓ, ਕੁਦਰਤੀ ਸਮਾਂ ਨਹੀਂ ਲੱਗਿਆ। ਜਦੋਂ ਦੋਨੋਂ ਮਹਾਂਪੁਰਸ਼ ਸੰਤ ਬਾਬਾ ਟੋਬਾ ਜੀ ਦੇ, ਸੰਤ ਬਾਬਾ ਧਿਆਨਾ ਜੀ ਦੇ ਚਰਨਾਂ 'ਚ ਪੁੱਜੇ, ਜਾ ਕੇ ਬੇਨਤੀ ਕੀਤੀ ਮਹਾਂਪੁਰਖੋ ਕੋਈ ਸਾਡੇ 'ਤੇ ਵੀ ਨਾਮ ਦੀ ਕਿਰਪਾ ਕਰੋ, ਸਾਨੂੰ ਕੋਈ ਮਾਫ ਕਰਨਾ ਰੱਬ ਦਾ ਰਾਹ ਦੱਸੋ। ਟੋਬਾ ਬਾਬਾ ਧਿਆਨਾ ਜੀ ਨੇ ਪਟਿਆਲੇ ਦਾ ਤ੍ਰਿਕਾਲ ਤ੍ਰਿਦਰਸ਼ੀ ਮਹਾਂਪੁਰਖ, ਉਹਨੇ ਆਖਿਆ ਮਹਾਂਪੁਰਖੋ ਤੁਹਾਡੀ ਉਡੀਕ ਤਾਂ ਗੋਖੇ ਦੀ ਛਪਰੀ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਕਰ ਰਹੇ ਨੇ। ਇੱਕ ਸਮੇਂ 'ਚ 4 ਸੰਤ ਅਤਰ ਸਿੰਘ ਹੋਏ ਨੇ, ਚਾਰੇ ਬ੍ਰਹਮ ਗਿਆਨੀ। ਸੰਤ ਬਾਬਾ ਅਤਰ ਸਿੰਘ ਮਸਤੂਆਣਾ, ਸੰਤ ਬਾਬਾ ਅਤਰ ਸਿੰਘ ਅੱਤਲ ਕਲੇ ਵਾਲੇ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ, ਇੱਕ ਮਹਾਂਪੁਰਖ ਹੋਰ ਹੋਏ ਨੇ। ਗੁਰੂ ਕੀ ਸੰਗਤ ਦੋਨਾਂ ਮਹਾਂਪੁਰਖਾਂ ਨੇ ਪ੍ਰੋਗਰਾਮ ਬਣਾਇਆ ਵੀ ਐਤਵਾਰ ਵਾਲੇ ਦਿਨ ਮਹਾਂਪੁਰਖਾਂ ਦੇ ਚਰਨਾਂ 'ਚ ਜਾਇਆ ਜਾਏ।
ਜਦੋਂ ਚਾਹ ਚੜ ਗਿਆ ਸਾਧ ਸੰਗਤ ਜੀ, ਐਤਵਾਰ ਵਾਲੇ ਦਿਨ ਸੰਤ ਜੀ ਮਹਾਰਾਜ, ਸੰਤ ਕਿਸ਼ਨ ਸਿੰਘ ਸੰਤ ਜੀ ਮਹਾਰਾਜ, ਸੰਤ ਬਾਬਾ ਈਸ਼ਰ ਸਿੰਘ ਜੀ ਜਦੋਂ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਗਏ, ਨਮਸਕਾਰ ਕੀਤੀ, ਬਚਨ ਸੁਣੇ। ਮੁੱਕਦੀ ਗੱਲ ਕੀ, ਸੰਤ ਕਿਸ਼ਨ ਸਿੰਘ ਜੀ ਤਾਂ ਕਹਿਣ ਲੱਗੇ ਜੀ ਮੈਂ ਤਾਂ ਪੁੱਛਿਆ ਵੀ ਤੁਸੀਂ ਕਿਵੇਂ ਆਏ ਹੋ? ਆਖਿਆ ਜੀ ਮੈਂ ਨੌਕਰੀ ਕਰਦਾ। ਆਖਿਆ ਚੰਗਾ। ਫਿਰ ਸੰਤ ਜੀ ਮਹਾਰਾਜ ਬਾਬਾ ਤੁਸੀਂ ਮਰ ਕਹਿਣ ਲੱਗੇ ਕਾਕਾ ਤੂੰ ਕੀ ਕਰਦਾ? ਜੀ ਮੈਂ ਪੜ੍ਹਦਾ। ਅੱਜ ਐਤਵਾਰ ਦੀ ਛੁੱਟੀ ਸੀ, ਮੈਂ ਛੁੱਟੀ ਜਾਣ ਕੇ ਆਪ ਜੀ ਦੇ ਚਰਨਾਂ 'ਚ ਆਇਆ। ਉੱਥੋਂ ਅੰਮ੍ਰਿਤ ਛਕ ਲਿਆ। ਈੜੀ ਅੱਖਰ ਤੋਂ ਨਾ ਏਕ ਪਿਤਾ ਏਕ ਕੇ ਹੰਬਾਰਕ ਤੂੰ ਮੇਰਾ ਗੁਰਹਾਈ। ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਨੇ ਈੜੀ ਅੱਖਰ ਤੋਂ ਗੁਰੂ ਕੀ ਸੰਗਤ ਨਾ ਈਸ਼ਰ ਸਿੰਘ ਰੱਖਿਆ। ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਕਹਿਣ ਲੱਗੇ ਕਾਕਾ ਤੈਨੂੰ ਤੇ ਥੋੜੇ ਦਿਨਾਂ ਨੂੰ ਪੱਕੀਆਂ ਛੁੱਟੀਆਂ ਹੋ ਜਾਣੀਆਂ ਨੇ। ਖੈਰ ਮੁੱਕਦੀ ਗੱਲ ਕੀ, ਬਾਬਾ ਜੀ ਦੀ ਸ਼ਰਨ ਵਿੱਚ ਜਾਣਾ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖਸਾਰ। ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਇਤਨੀ ਤਪੱਸਿਆ ਸੀ ਉਹਨਾਂ ਦੀ। ਕਈ ਵਾਰੀ ਬਾਬਾ ਜੀ ਬਾਬਾ ਅਤਰ ਸਿੰਘ ਮਸਤੂਆਣਾ ਮਹਾਂਪੁਰਖ ਕਿਹਾ ਕਰਦੇ, ਸੰਗਤ ਨੂੰ ਕਹਿੰਦੇ ਸਾਧ ਸੰਗਤ ਜੀ ਸੰਤ ਤੇ ਬੜੇ ਨੇ ਪਰ ਪਰਮਹੰਸ ਸੰਤ ਕੋਈ ਕੋਈ ਹੈ। ਸੰਤ ਤੇ ਬੜੇ ਨੇ ਪਰ ਪਰਮਹੰਸ ਸੰਤ ਕੋਈ ਕੋਈ ਹੈ। ਸੰਗਤ ਨੇ ਕਹਿਣਾ ਬਾਬਾ ਜੀ ਕਿਤੇ ਪਰਮਹੰਸ ਸੰਤ ਦੇ ਦਰਸ਼ਨ ਕਰਵਾ ਦਿਓ। ਕਹਿੰਦੇ ਅਜੇ ਨਹੀਂ ਹੋ ਸਕਦੇ। ਵਕਤ ਬੀਤਦਾ ਤੁਰਿਆ ਗਿਆ, ਪਰ ਫਿਰ ਵੀ ਕਹਿੰਦੇ ਨੇ ਸੰਤ ਤੇ ਬੜੇ ਨੇ ਪਰ ਪਰਮਹੰਸ ਸੰਤ ਕੋਈ ਕੋਈ ਹੈ। ਇੱਕ ਐਸਾ ਸਮਾਂ ਆਇਆ, ਮਸਤੂਆਣੇ ਮਹਾਂਪੁਰਖ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਬਠਿੰਡੇ ਵਿੱਚ ਪੈਂਦੀ ਹੈ, ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਆਦ ਮੱਧ ਅੰਤ ਤੋਂ ਉਚਾਰਨ ਕਰਕੇ ਸੰਪੂਰਨ ਕੀਤੇ ਸਨ। ਮਹਾਰਾਜ ਕੀਰਤਨ ਕਰ ਰਹੇ ਮਸਤੂਆਣਾ ਮਹਾਂਪੁਰਖ ਰੇਰੂ ਸਾਹਿਬ ਵਾਲੇ ਮਹਾਂਪੁਰਖ ਗਏ। ਮਹਾਂਪੁਰਖ ਜੀ ਨਮਸਕਾਰ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗੇ ਸੰਗਤ ਵਿੱਚ ਬੈਠਣ। ਮਸਤੂਆਣੇ ਮਹਾਂਪੁਰਖਾਂ ਨੇ ਕਿਹਾ ਮਹਾਂਪੁਰਖੋ ਉੱਪਰ ਹੀ ਆ ਜਾਓ। ਜਦੋਂ ਸਾਧ ਸੰਗਤ ਮਹਾਂਪੁਰਸ਼ਾਂ ਨੇ ਆਪਣੇ ਸੱਜੇ ਪਾਸੇ ਬਿਠਾ ਲਏ, ਉਸ ਮੌਕੇ ਫਿਰ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਨੇ ਬਿਨਾਂ ਮੁਰਸ਼ਿਦਾਂ ਰਾਹ ਨਹੀਂ ਹੱਥ ਆਉਂਦਾ। ਬੁੱਲੇ ਸ਼ਾਹ ਲਿਖਦਾ ਬਿਨਾਂ ਮੁਰਸ਼ਿਦਾਂ ਗੁਰੂ ਤੋਂ ਬਿਨਾਂ ਰਾਹ ਨਹੀਂ ਮਿਲਦਾ। ਊਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਬਿਨਾਂ ਮੁਰਸ਼ਿਦਾਂ ਰਾਹ ਨਹੀਂ ਹੱਥ ਆਉਂਦਾ ਤੇ ਬਿਨਾਂ ਦੁੱਧਾਂ ਨਹੀਂ ਰਿੱਝਦੀ ਖੀਰ ਮੀਆਂ। ਪਾਣੀ ਚੌਲ ਉਬਾਲੀ ਜਾਓ, ਕਿਤੇ ਖੀਰ ਬਣ ਜਾਣੀ ਹੈ। ਖੀਰ ਤਾਂ ਭਾਈ ਦੁੱਧ ਤੋਂ ਬਿਨਾਂ ਨਹੀਂ ਬਣ ਸਕਦੀ। ਖੈਰ ਗੁਰੂ ਕੀ ਸੰਗਤ ਮਸਤੂਆਣਾ ਮਹਾਂਪੁਰਖਾਂ ਨੇ ਆਪਣੇ ਸੱਜੇ ਪਾਸੇ ਬਿਠਾਇਆ। ਫਿਰ ਕੀਰਤਨ ਕਰਦੇ ਕਰਦੇ ਬਚਨ ਕੀਤਾ, ਮਾਫ ਕਰਨਾ ਸਾਧ ਸੰਗਤ ਜੀ ਸੰਤ ਤੇ ਬੜੇ ਨੇ ਪਰ ਪਰਮਹੰਸ ਸੰਤ ਕੋਈ ਕੋਈ ਹੈ। ਸੰਗਤ ਨੇ ਫਿਰ ਬੇਨਤੀ ਕੀਤੀ ਮਹਾਰਾਜ ਕਹਿ ਦਿੰਦੇ ਹੋ ਵੀ ਪਰਮਹੰਸ ਸੰਤ ਕੋਈ ਕੋਈ ਦਰਸ਼ਨ ਕਰਾ ਦਿਓ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਨੇ ਵਾਲੇ ਮਹਾਂਪੁਰਖ ਲੱਗੇ ਕਹਿਣ ਵੀ ਅੱਜ ਹੋ ਸਕਦੇ ਨੇ, ਅੱਜ ਹੋ ਸਕਦੇ ਨੇ। ਬੇਨਤੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਕਰੋ ਕਿਰਪਾ। ਫਿਰ ਆਖਿਆ ਜਿਹਨੇ ਪਰਮਹੰਸ ਸੰਤ ਦੇ ਦਰਸ਼ਨ ਕਰਨੇ, ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਦਰਸ਼ਨ ਕਰ ਰਹੇ। ਸਾਡੇ ਇੱਕ ਸੰਤ ਸਨ, ਸਾਡੇ ਪਾਕਿਸਤਾਨ ਤੋਂ ਆਏ ਸਨ, ਸੰਤ ਗਿਆਨੀ ਮੋਹਨ ਸਿੰਘ ਬਰਾੜੇ ਵਾਲੇ। ਮੁੱਖ ਦੀ ਗੱਲ ਕੀ, ਮਹਾਰਾਜ ਦੇ ਸਥਾਨ ਤੇ ਰਾੜਾ ਸਜਾਇਆ ਕਰਦੇ ਸਨ। ਉਸੇ ਸਾਲ ਹੀ ਸੰਤ ਮਹਾਰਾਜ ਤੁਹਾਡੇ ਇੰਗਲੈਂਡ ਵਿੱਚ ਆ ਕੇ ਨਿਰੰਕਾਰ ਦੇ ਦੇਸ਼ ਨੂੰ ਚਲੇ ਗਏ। ਕੀਰਤਨ ਕਰਦੇ ਕਰਦੇ ਸੰਤ ਬਾਬਾ ਮੋਹਨ ਸਿੰਘ ਨੇ ਕਿਹਾ ਸਾਧ ਸੰਗਤ ਜੀ ਕਿਸੇ ਨੇ ਰਾਜੇ ਜਨਕ ਦੇ ਦਰਸ਼ਨ ਕਰਨੇ ਨੇ। ਮਾਫ ਕਰਨਾ ਸਾਰੀ ਸੰਗਤ ਹੈਰਾਨ ਹੋ ਗਈ। ਸਾਧ ਸੰਗਤ ਮੈਂ ਤੁਹਾਨੂੰ ਪੁੱਛਦਾ, ਬਾਬਾ ਜੀ ਨੇ ਕਿਹਾ, ਬਾਬਾ ਮੋਹਨ ਸਿੰਘ ਨੇ ਕਿਹਾ ਤੁਸੀਂ ਸੰਤ ਬਾਬਾ ਮਾਫ ਕਰਨਾ ਰਾਜੇ ਜਨਕ ਦੇ ਦਰਸ਼ਨ ਕਰਨੇ ਨੇ। ਸੰਗਤ ਨੇ ਆਖਿਆ ਜੀ ਕਰੋ ਕਿਰਪਾ। ਉਸ ਮੌਕੇ ਸੰਤ ਮੋਹਨ ਸਿੰਘ ਬਰਾੜੇ ਵਾਲੇ ਨੇ ਆਖਿਆ ਸੀ ਜਿਨ੍ਹਾਂ ਨੇ ਰਾਜੇ ਜਨਕ ਦੇ ਦਰਸ਼ਨ ਕਰ ਰਹੇ ਨੇ ਸੰਤ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਦਰਸ਼ਨ ਕਰ ਲਓ। ਖਾਲਸਾ ਜੀ ਮਾਫ ਕਰਨਾ ਗੁਰੂ ਕੀ ਸੰਗਤ ਸੰਤ ਬਾਬਾ ਅਤਰ ਸਿੰਘ ਮਹਾਰਾਜ
101 माफ़ करना ढोल पानी का जिहदे च मन पानी पैंदा सी। अगे खूह हुंदे सन, अज दी तरह ट्यूबल वगैरह नहीं सने आए। 101 एक ढोल पानी का कढ़ना संत बाबा ईशर सिंह ने ते बाबा अतर सिंह रेरू साहब वाला का इशनान कराउणा, वो ढोल संत मार ही खिंच सकते सन। एक बारी कह दो वैरू गुर पीरां की चाकरी महा करड़ी सुखसार। इतों संत महाराज जी शरीर बड़ा क्रिस हो गया, शरीर बड़ा कमज़ोर हो गया। पोह दा महीना सी, जनवरी के दिन सन। नक दे विचों माफ़ करना पानी वग रहा सी, जिवें अजकल दे बच्चे कहंदे ने, लोग कहंदे फ्लू हो गया जी। कन्नां दे विचों रेशा वग रहा सी, अखां चों पानी, नक चों पानी। संत बाबा अतर सिंह मस्तूआणे वाले ते बाबा अतर सिंह रेरू साहब वाले एक समय मिले ते संत बाबा मस्तूआणे महापुरखा ने आख्या, संत जी आ भचंगी दियां अखां दे विचों पानी वगदा पिया, नक चों पानी वगदा पिया, कन्नां च रेशा वगदा, कोई जड़ी बूटी करवाले नहीं सी, कोई दवाई दुआले नहीं सी। संत बाबा अतर सिंह रेरू साहब वाले ने आख्या महापुरखो अखां चों पानी की वगना, नक चों माफ़ करना कि पानी की वगना, कन्नां दे विचों रेशा की वगना। आख्या महापुरखो ये भांडा साफ हुंदा पिया, इस भांडे विच वस्तु पाउणी है, इस भांडे च कोई वस्तु पाउणी है। मुकदी गल कि संत बाबा अतर सिंह रेरू साहब वाले 36 वरे अपने हथी हल वाह के लंगर चलाया। माफ़ करना गुरु की संगत लंगरां दी सेवा की, लंगर चलाए, हिस्से ते ठेके गिरवी जमीनां लै के लोगों तो गुरु के लंगर चलाए। जदों संत जी महाराज माफ़ करना गुरु की संगत 7 दिन पहला दस दिता कि फलानी तरीक नूं चलिया जाना है। यही कारण सी जदों संत महाराज इंग्लैंड आए, जथेदार मिंदर सिंह ने कहा, बाबा जी साड़ी संप्रदा च दस के जाते रहे ने, एक बारी कह दो वैरू बाबा जी जे जाना तो जाना ही है तो दस के जाओ। छोटे संतां ने रोकिया सी, संत बाबा किशन सिंह ने, वैसे भी तुहाडा शरीर ठीक नहीं रहिंदा, तुसीं इस बारी इंग्लैंड ना जाओ। संत महाराज इत्थे नेड़े तेड़े पिंडां 'च कीर्तन कर लिया करो, शहरां दे प्रोग्राम दे दिया करो। संत महाराज ने कहा सी, किशन सिंह महापुरुष बली, महापुरख बचन के बली, भी असी इंग्लैंड दीयां संगतां नाल वादा करके आए हैं, पर असी तुहाडे नाल भी वादा करदे हां इस वारी असी जरूर जावांगे, ना फिर असी जावांगे ते ना कदी आवांगे। खालसा जी जथेदार ने आख्या, महाराज जी जे शरीर का त्याग करना तो इत्थे राड़ा साहब ही कर दो। संत कहन लगे, जथेदारा अगे जाना तगड़ियां हुंदियां सन, शरीर बली हुंदे सन, लोग विछोड़ा झल जाते सन। कहते जे असीं राड़ा साहब शरीर त्याग दी है ना, कहते जे अगे नहर वगदी दुराहे वाली नहर, कहते नहर है ना, साडे श्रद्धालु छालां मार मार के ना लाशां ना पूर देणगे। खालसा जी इस करके संत जी महाराज नूं बेनती की गई, बाबा करम सिंह होती मरदान जिन्हां दे नाल 360 ब्रह्म ज्ञानी हर समय रहिंदा सी। मुकदी गल कि अंग्रेज दा राज सी, जिन्हां दा पैरा परमेश्वर ने आप दिता। मुकदी गल कि गुरु की संगत रात दी गार दी ड्यूटी सी, पैरे दी ड्यूटी सी। उत्थे एक नदी पैंदी गुरु की संगत, जिथे मिलटरी दा स्थान सी, पाकिस्तान च रह गया। अज बाबा जी देखिया शाम का समय रहरास साहब का पाठ किया, समा जे है रात नूं ड्यूटी, सर्दियां दे दिन दियां रातां लंबियां हुंदियां ने, ड्यूटी रात नूं कोई 8 बजे शुरू नहीं होनी है। संत बाबा करम सिंह जी महाराज सोचा भी कोई समा जाप कर लीए, सिमरन करते करते समाधि लग गई। जदों समाधि लग गई, गुरु की संगत वस्तु देह काल तिन्ने चीज़ां भुल गए। उधर साध संगत जी बाबा जी अज ड्यूटी ते तैनात नहीं होए, पहरे ते तैनात नहीं होए। करोड़ां ब्रह्मंडां दे मालक वैहरू अंतरजामी ने अपने आप नूं बाबा करम सिंह दे रूप च प्रगट किया।
ਇਹੋ ਸੰਪਰਦਾ ਸਿਰਾਂ ਦੀ ਮੰਗ ਕਰਨ ਸਮੇਂ ਕਲਗੀਧਰ ਪਾਤਸ਼ਾਹ ਨੇ ਆਖਿਆ, ਸਿੰਘੋ ਧਰਮ ਗੁਰੂ ਨਾਨਕ ਦੀ ਸੰਗਤ ਧਰਮ ਖਤਰੇ 'ਚ ਆ। ਕੋਈ ਸਿੱਖ ਉੱਠੇ ਆਪਣਾ ਸੀਸ ਦੇਵੇ, ਆਈ ਹੈਵ ਨੀਡ ਆਫ ਏ ਵਨ ਹੈਡ, ਮੈਨੂੰ ਇੱਕ ਸਿਰ ਦੀ ਲੋੜ ਆ। ਕੋਈ ਨਹੀਂ ਉੱਠਿਆ। ਦੂਜੀ ਵਾਰੀ ਕਿਹਾ, ਕੋਈ ਨਹੀਂ ਉੱਠਿਆ। ਤੀਜੀ ਵਾਰੀ ਕਹਿਣ ਤੇ ਭਾਈ ਦਇਆ ਰਾਮ ਲਾਹੌਰ ਦੇ ਖੱਤਰੀਆਂ ਦੇ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਬਾਂਹ ਖੜੀ ਕਰਕੇ ਆਖਿਆ, ਜੀ ਮੈਂ ਹਾਜ਼ਰ ਹਾਂ, ਮੈਂ ਹਾਜ਼ਰ ਹਾਂ। ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ, ਮਾਫ ਕਰਨਾ ਗੁਰੂ ਕੀ ਸੰਗਤ ਸਿਰਮੌਰ ਪੰਜਾਂ ਪਿਆਰੇ ਨੇ ਭਾਈ ਦਇਆ ਸਿੰਘ ਤੋਂ ਇਹ ਸੰਪਰਦਾ ਚੱਲੀ ਸੀ। ਬਾਬਾ ਕਰਮ ਸਿੰਘ ਹੋਤੀ ਮਰਦਾਨ ਸਮਾਧੀ ਲੱਗੀ, ਪਰਮੇਸ਼ਰ ਆਪ ਆ ਕੇ ਖੜ ਗਿਆ। ਡਿਊਟੀ ਅਫਸਰ ਜਦੋਂ ਆਇਆ, ਆ ਕੇ ਦੇਖਿਆ, ਬੱਲੇ ਬੱਲੇ ਬੱਲੇ, ਮਾਫ ਕਰਨਾ ਸਲੂਟ ਮਾਰਿਆ ਜਦੋਂ ਡਿਊਟੀ ਅਫਸਰ ਨੂੰ, ਤੇ ਅੰਗਰੇਜ਼ ਅਫਸਰ ਪਿੱਛੇ ਹਟ ਗਿਆ। ਕਮਾਲ ਹੈ, ਇਸ ਤਰ੍ਹਾਂ ਹਿੰਦੀ ਬੋਲਦਾ ਸੀ ਉਹ, ਕਮਾਲ ਹੈ ਕਰਮ ਸਿੰਘ, ਇਤਨਾ ਜਲਾਲ, ਇਤਨਾ ਨੂਰ ਤੇਰੇ ਚਿਹਰੇ ਪੇ। ਉਹ ਜਾਂਦੇ ਜਾਂਦੇ ਬਾਬਾ ਕਰਮ ਸਿੰਘ ਨੂੰ ਕਾਗਜ਼ਾਂ ਲਿਖ ਕੇ ਚਲਾ ਗਿਆ ਕਿ ਅੱਜ ਤੋਂ ਤੁਹਾਨੂੰ ਹੌਲਦਾਰ ਬਣਾ ਦਿੱਤਾ। ਮੁੱਕਰੀ ਗੱਲ ਕੀ, ਉਧਰੋਂ ਸਾਧ ਸੰਗਤ ਜੀ ਬਾਬਾ ਕਰਮ ਸਿੰਘ ਮਹਾਰਾਜ ਦੀ ਦੂਜੇ ਦਿਨ ਸਮਾਧੀ ਖੁੱਲੀ। ਵੇਖਿਆ ਵੀ ਮੈਂ ਤਾਂ ਡਿਊਟੀ 'ਤੇ ਜਾਣਾ ਸੀ, ਡਿਊਟੀ 'ਤੇ ਗਿਆ ਨਹੀਂ। ਮੁੱਕਰੀ ਗੱਲ ਕੀ, ਡਰਦੇ ਡਰਦੇ ਡਿਊਟੀ ਅਫਸਰ ਦੇ ਕੋਲ ਪੁੱਜੇ, ਜਾ ਕੇ ਕਿਹਾ, ਜੀ ਮੈਥੋਂ ਬੜੀ ਗਲਤੀ ਹੋ ਗਈ, ਰਾਤ ਮੈਂ ਡਿਊਟੀ 'ਤੇ ਨਹੀਂ ਪਹੁੰਚ ਸਕਿਆ। ਅੰਗਰੇਜ਼ ਦਾ ਰਾਜ ਸੀ, ਬੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਉਸ ਮੌਕੇ ਗੁਰੂ ਕੀ ਸੰਗਤ ਡਿਊਟੀ ਅਫਸਰ ਨੇ ਆਖਿਆ, क्या बात है करम सिंह, क्या बात करता है, रात तो तेरे चेहरे पे इतना नूर था, इतना सुरूर था। माफ़ करना, जब तुमने सलूट मारा, हमको सलूट मारा तो मेरी हिम्मत नहीं पई उत्थे खड़न दी, हमने तो तेरे को हौलदार बना दिया। बाबा करम सिंह फिर आख्या, जी मैं ड्यूटी ते नहीं आ सकिया। ये देखो बाबा करम सिंह होती मरदान वालियां ने अंग्रेज अफसर नूं आख्या, आड़े संतां दी निंदा करदे ने ना, अपना कोई बच्चा पाल के पढ़ा के लिखा के ना, फिर रब वाले पासे ला के वेखण कि मां नूं किन्नी खुशी हुंदी है जां प्यो नूं किन्नी को खुशी हुंदी। खालसा जी बाणी कहंदी, संत जना को मत कोई निंदो, सारे पढ़ो संत जना को। ये बाणी कहंदी है, कहने जी गुरु ग्रंथ साहिब मनते हैं तो मान लो फिर, संत जना को मत कोई निंदो, संत राम है एको, कहो कबीर में गुर सो गुर पाया, जाका नाउ बबेको। मुकरी गल की, बाबा करम सिंह ने आख्या ड्यूटी अफसर नूं, आख्या साहब हुण मैं ओदी चाकरी करूँगा जिहड़ा मेरी थां ते पहरा दे गया। खालसा जी बाबा जी ने मुकरी गल की, गुरु की संगत रिजाइन दे दिता। उन्हें 12-13 थां ते ना हुंदे ने मिलटरी वालियां दे, वो कहते असीं तेरा ना ही नहीं कट्टना। बाबा जी कहते मेरा ना ही नहीं है रजिस्टरां दे विच, जेड़े रजिस्टर नूं खोलण जिथे देखण बाबा करम सिंह दा ना ही नहीं मिलिया। फिर बाबा करम सिंह जी महाराज गुरु की संगत जिन्हां दे नाल 360 ब्रह्म ज्ञानी रहिंदा सी, संत बाबा लाल सिंह, अगे जिन्हों असीं दूजे पास पंजाबी दे विच कह दिंदे आ कि अगवाई देनी पैंदी सी कि मेरी गरंटी रही जी, गरंटी देनी मेरी गरंटी रही जी। इस तरह अंग्रेज गरंटी लैके किसी की फिर फौज दे विच भर्ती करता सी। बाबा लाल सिंह की गरंटी जिम्मेवारी अंग्रेज़ां दे सामने बाबा करम सिंह जी ने लई सी, पर बाबा लाल सिंह जी का प्रण सी कि रिटायरमेंट तो बाद वो रहिंदी जिंदगी बाबा करम सिंह के चरणों के बिताउणगे। बाबा लाल सिंह जी कहने तो बहुत कुछ आ, पर समा थोड़ा है। मुकरी गल की गुरु की संगत बाबा लाल सिंह जी बाबा करम सिंह के चरणों में, मुकरी गल की लंगरां की सेवा संभाल दी। इन्नी सेवा की, इन्नी सेवा की। 2 पिंड सन, एक होती तो दूजा मरदान। होती मरदान पिंड, एक होती पिंड सी, दूजा मरदान पिंड सी। मुकरी गल की गुरु की संगत ये पठानी इलाका सी,
एक दिन संगत ने बेनती की, बाबा जी, बाबा करम सिंह महाराज नूं, बाबा जी आ साड़ियां धीआं भैणां आउंदियां ने, ये पठान इन्ने विगड़े ने, कोई साड़ियां धीआं भैणां दे दुपट्टे खिच लैंदा, कोई कुर्ते नूं हत्थ ला पा के खिच्चण की कोशिश करता। आख्या कोई गल नहीं। बाबा करम सिंह महाराज ने आख्या सिंघां नूं, आख्या लाल सिंह जी मठियाई तैयार करो, 5-5 किलो 5-5 सेर अगे चलते सन, 5-5 सेर मठियाई कल्ले कल्ले पठाणा के घर घल दी जाए। जदों मठियाई आख्या नाले गल कह देनी कि जेकर माफ़ करना मठियाई, जेकर अगू बंदे बन जाओगे, माफ़ करना तो मठियाई अमृत का काम करेगी, जे तुसी बंदे नहीं बनोगे ये मठियाई फिर जहर का काम करेगी। खालसा जी और जो 5-5 किलो मठियाई कल्ले कल्ले घर भेज दी, वो माफ़ करना गुरु की संगत पुठी मत कित्थे सीधी हुंदी आ। उन्हां आपसी आख्या संत सातों डरदे ने, माफ़ करना गुरु की संगत। उन्होंने होर मुकरी गल की, जड़ियाँ बीबियां भैणां गुरु घर जांदियां सन, बाबा जी के स्थान पर जांदियां सन। अज भी होती मरदान पाकिस्तान साढ़े प्रेम मिलने वाले गए सन, कहते हैं कि खंडहर बन चुके हैं उस स्थान दे, पर अज भी ना उत्थे दे मुसलमान पठान एक इट का रोड़ा नहीं चुक सकते। खालसा जी एक बारी कह दो वैरू, एक बारी फिर कह दो वैरू। सो मैनी टाइम एक्सप्लेन इन सत्संग, लंगर किवें मुक जूगा। अज तक तो ये नहीं समझ आया कि गुरु घर कितों तोड़ कितों आ जाऊगी। मुकरी गल की गुरु की संगत, वो अज भी उतों कहते असी गए, असी सोचा भी होती मरदान के दर्शन कर चलीए। कहते संत जी अज भी जदों असी उत्थे दर्शन करके आए ना, कहते अज भी उतों ना गुरबाणी दी आवाज़ां आउंदियां ने। खालसा जी एक बारी कह दो वैरू। असी सचखंड हजूर साहब तो आ रहे सी, मे टी बी पॉसीबल शायद जा रहे सी, एक पाकिस्तान तो सिंधी परिवार आया, एक कुझा सी बाबा जी कोल, बाबा करम सिंह जी कोल, जिहदे च बाबा जी नूं माफ़ करना गुरु की संगत वो दही वगैरह ना माफ़ लिजा के बाबा जी कोल ना अरदास कराउंदे सन। वो कुझे दा दही सी ना सारी संगत च वरताता जांदा सी, दही फिर भी नहीं सी मुक सकदा। ते उन्होंने गल दसी, कहते जी तुसी कौन हो जी? मैं कहा जी असी भेवे वाले संत हाँ, पर राणा साहब की संप्रदा साडा पिछोकड़ है। कहती बाबा करम सिंह जानते? मैं जब बाबा करम सिंह नाम लिया तो मैं क्या हाँ तुसीं की कहना चाहुंदे हो? कहती मैं तुहाडे पीर की एक गल दसां, तुहाडे महापुरखों की गल सुणावां। गुरु ग्रंथ साहब की जूरी च वचन कर रहा सी, हड्ड बीती। वो कहन लगी भी साडे घर बड़ी गरीबी सी, साडे घर बड़ी गरीबी सी। एक दिन साडे घर मंगते मंगते ना खुसरे आ गए, मंगते मंगते कहते ने उन्होंने कोल तुहाडे पीर दे हत्थां दा ना महापुरखों के हत्थां दा आ कुझा सीगा। अजी सानू कहते कुझा लैना तो लै लो, अजी इनू लैना। कहते असी ना वो कुझा उन्होंने पास एक टके का लिया, अंग्रेज के जमाने च टके चलते सन। कहते टके का लिया मेरे साढ़े वड्डियां ने, पर कहन लगी भी वो बीबी लगी कह बाबा जी तुहानू की दसां तुहाडे महापुरखों दी गल्लां। कहते कुझा लैण दी देरी सी, साडे घर च ना मालो माल हो गया। कहती बाबा जी अज साडा उत्थे बहुत तगड़ा बिजनस है। बाबा करम सिंह होती मरदान, बाबा लाल सिंह जी लंगरां च सेवा करते हैं। भुनवें देसी घ्यो दे चौल बनते सन। माफ़ करना एक दिन लंगर दे विच खंड मुक गई, खंड मुक गई तो बाबा करम सिंह जी महाराज अरदास करते सन लंगर तैयार करके बाबा जी को लैके जाना। तो बाबा जी ने अरदास करनी, अज लंगर दे विच जो खंड मुक गई तो बाबा लाल सिंह जी ने गुड़ के चौल बनाए, मैल मूल ला के भी साफ हो जाए चंगी तरह। जदों चौल लैके आया तो बाबा जी की नज़र पई, कहते लाल सिया अज चौलों का रंग, कहते अज चौलों का रंग कोई माफ़ करना लाल जिहा लगदा खंड दे चौल नहीं। बाबा लाल सिंह ने आख्या गरीब नवाज
अज लंगर दे विच ना खंड मुक गई। कहते खंड मुक गई? कहते अज तू मिश्री दे चौल बनाया करो। मिश्री दे चौल बनने शुरू हो गए। मुकदी गल की गुरु की संगत की सुनाइए। तो खैर गुरु की संगत फिर भी साध की महिमा बेद न जाना। कुछ दिन बीते तो लंगर दे विच मिश्री दे चौल बनने शुरू हो गए। तो कुछ दिन बीते तो लंगर च मिश्री भी मुक गई। बाबा करम सिंह महाराज के चरणों में आके बेनती की। बाबा लाल सिंह ने लंगर तैयार कर उस तरह गुड़ के चौल बना के ते बाबा जी कहते अज की गल अज चौलों का रंग फिर बदलिया होया। आख्या बाबा जी अज मिश्री भी मुक गई। कहते चल लाल सिंह। जदों लंगर दे विच पुजे नज़र मारी बाबा करम सिंह होती मरदान वालियां ने 200 मन मिश्री का ढेर लगा होया। बाबा लाल सिंह ने आख्या जी ये बख्शिशां ते तुहाडे ही ने। मुकदी गल की अंतिम समा वो मठियाई बाबा जी ने भेजी तो उन्होंने फिर उस तरह ही करना शुरू किया। जिहड़ियां आदतां वारशाना आदतां जांदियां भावें कट्टिए पोरियां जी। कहते ने फिर रोज़ का ना पठाणा के घर च ना पूरे पिंड च रोज़ का एक मरदा सी। एक दब के आउंदे सन दूजा मरदा सी। एक दब के आउंदे सन दफना के आउंदे सन दूजा मरदा सी। पिंड खाली हो गया। बाबा जी के चरणों च पुजे। फिर कहते सियाणियां दी कहावत है मच्छी मुड़दी पिछे माफ़ करना गुरु की पत्थर चट के। मुकरी गल की गुरु की संग अंतिम समा संत बाबा करम सिंह होती मरदान वालियां दा आया। 7 दिन पहला दस दिता कि गुरु नानक दी संगत फलाने दिन 7वें दिन सचखंड चले जाना है। निरंकार दे देश नूं चले जाना है। तो देखिया ना हर के सेवक जो हर पाए तिनकी कथा नरारी रे आवे ना जावे कबहू मरते पार ब्रह्म संगारी रे। संगत दे विच बचन कर दिता। संगतां दियां ताहां निकल गईयां। एक पठानी इलाका पठाणा दा योर बाबा जी की कृपा करके इत्थे दे पठान माफ़ करना गुरु की संगत देवते बने ने। बाबा जी ने सचखंड जान का बचन कर दिता। जाके बाबा लाल सिंह नूं बेनती की। बाबा जी बाबा करम सिंह नूं कहो एक बारी कह दो वाहरू। एक बारी फिर कह दो वाहरू। बाबा जी करो कृपा। बाबा जी ने बचन करता। वड्डे बाबा जी ने वचन कर दिता अज तू 7वें नूं सचखंड चले जाना है। उस मौके गुरु की संग बाबा लाल सिंह की धाह निकल गई। आप जी का प्रण सी वो बाबा करम सिंह के हत्थों में सचखंड जाणगे। दूजे दिन मूँह च घाह दे डट्टे वगैरह लैके संगत विच नूं नाल लैके बाबा लाल सिंह जी बाबा करम सिंह जी तो अपनी कुटिया चो बाहर निकले। अगे बाबा लाल सिंह खड़े ने। आख्या लाल सिंह की गल? लाल सिंह की गल? बाबा लाल सिंह जी के दंद जुड़ गए। मुकदी गल की यही गल संत मार दे अगे रखी सिंघां ने। बाबा जी साडी संप्रदा विच दस के जाते रहे ने। मुकदी गल की बाबा जी ने आख्या लाल सिंह की गल? बाबा लाल सिंह जी दोवें हथ जोड़ के बेनती की। ताहा निकल गई दंद जुड़ गए। बाबा जी आप जी ने सचखंड जाण दा हुक्म सुनाता है। कुछ समा संगतां नूं होर बख्शो। बाबा करम सिंह लगे कहन लाल सिंह रोज़ बाणी पढ़दा कि जो दुनिया ते आया उन्हें चलिया जाना। माफ़ करना समय ना 10 पातशाहियां आईयां निरंकार दे देश आईयां निरंकार दे देश नूं चलियां गईयां। बड़े बड़े संत महात्मा महापुरुष अवतार आए। समय ना उन्हां नूं भी जाना पिया। आख्या बाबा जी कृपा करो। संगत दा बचन तां कलगीधर पातशाह ने आनंदपुर साहब दे किले छड्डण समय नहीं सी मोड़िया। संगत दे कहण ते आनंदपुर साहब दा किला माफ़ करना छड्डिया सी। संगत दी बेनती है। कहते खड़े खलोते बाबा करम सिंह होती मरदान वाले महापुरखों की समाधि लग गई। ना जानो इंज जानो मानो कि अपने प्यारे परमेश्वर नाल कोई गल कर रहा होना। उस मौके बाबा करम सिंह मन च सोचते एक पासे संगत की बेनती है दूजे पासे रब्बी हुक्म है जो आया सो चल सी सब कोई आई वारी है। बाबा जी नेत्र बंद हो गया। उत्तों रब्बी आवाज़ आकाशवाणी हुई बाबा करम सिंह नूं। आख्या लाल आख्या करम सिंह
क्यों फिक्र करदा? इंज कर मर्यादा भी रह जाएगी, इंज कर संगत की बेनती भी नहीं ठुकराई जाएगी। इंज कर अपनी थां ते किसी होर नूं भेज दे, कोई होर किसी होर नूं भेज दे। बाबा करम सिंह महाराज दे नेत्र खुले ते आख्या साध संगत जी, बाबा लाल सिंह सामने खड़े सन, आख्या लाल सिंह रब्बी हुक्म ते नहीं मेटिया जा सकता, पर संगत का बचन भी नहीं ठुकराया जा सकता, मोड़िया जा सकता। लाल सिंह तेरी उम्र अजे ना इन्नी 2 साल कुछ महीने रहिंदी है, आपां तबादला कर लईए, तू मेरी थां ते चलिया जा, माफ़ करना सी तेरी थां ते चले आ जाएंगे। बाबा लाल सिंह नूं चा चढ़ गया, गरीब नवाज, बड़ी बख्शिश की। गुरु की संगत जरा ध्यान देना पवेगा। बड़ी बड़ी दूर तक बाबा करम सिंह ये संप्रदा का ऐसा कोई दुनिया दे विच कोई स्थान नहीं जिथे बाबा करम सिंह की संप्रदा का कोई सिख साधु गुरसिख ना बैठा होवे। किसी मौके बाबा करम सिंह ने कहा सी, कहते ने मेरा नाम लैके जिथे कोई बह जाएगा सिख साध, ओदी ढैंदी कला नहीं होगी, ओदी चढ़दी कला रहेगी खालसा जी। कहते ने बाबा जी ने अनाउंसमेंट कर दिता, संगत नूं कहता कि अज तुम मेरी थां ते माफ़ करना, बाबा लाल सिंह जी जाणगे। दूर दूर तक सदे स्नेह भेजे गए, पर साध संगत जी वेखण वाली गल है, एक पासे मनमुख, दूजे पासे गुरमुख, एक पासे श्रद्धालु, दूजे पासे निंदक, आपस में गल्लां चलदियां ने। वो भला किसी की थां ते कोई मरदा है, एक बारी कह दे वहरू, वो भला किसी की थां ते कोई जांदा है, माफ़ करना। वो संत अपनी झूठी जी वड़ियाई वास्ते कह रहे हैं कि साड़ी थां ते माफ़ करना, गुरु की संगत साड़ी थां ते बाबा लाल सिंह जी चले जाएंगे। मुख दी गल की गुरु की संगत अज लखां दा इकट्ठ है। वो दिन आ गया जिस दिन बाबा करम सिंह ने जाना सी। बाबा लाल सिंह ने रात को 2 बजे उठ के 36 किस्म के पदार्थ तैयार किए। लोग गल्लां करते किहड़े महापुरख ने जिन्हें जाना। एक बारी कह दो बहरू, एक बारी फिर कह दो बहरू, माफ़ करना गुरु की संगत किहड़े महापुरख ने जिन्होंने जाना। लोग कहते ओ महापुरख जिन्हें कफनी पाई है, लंगर दे विच सेवा करते फिरते ने, माफ़ करना। तो मनमुख कहिंदे, निंदक कहिंदे लै ना ये बीमार ते ना मंजे ते पै ने, ते कहते ने इन्होंने जाना, ये किदां हो सकता। पर साध संगत जी माफ़ करना, गुरु की संगत लंगर वरताता गया, संगतां नूं लंगर छकाता गया। बाबा लाल सिंह ने दिन दे 1 बजे का समा हो गया। बाबा करम सिंह महाराज चरण नमस्कार की, जिंदगी जीवन च होइयां भुलां दी माफ़ी मंगी। साध संगत जी बाबा करम सिंह ने आख्या, लाल सिंह लाल बड़ा अमोलक हुंदा। एक बारी कह दे वहरू, लाल बड़ा बहुमुल्ला हुंदा। तुसीं लाल शब्द नूं स्वीकार किया। बाबा लाल सिंह ने करके सकेसी इशनान, माफ़ करना, चिट्टी चादर लैके लेट गए। बाबा करम सिंह होती मरदान वालियां दी थां ते सत्संग चले गए। संतां दे जाया ते जीवन दियां सिख लै जाचां, संतां दे जाया तू है जीवन दियां सिख लै जाचां, संतां दे जाया तू जीवन दियां सिख लै जाचां, संतां दे जाया तू जीवन दियां सिख लै जाचां, संतां दे सिख लै जाचां, जीवन दियां सिख लै जाचां, जीवन दियां सिख लै जाचां।
ਸਿੱਖ ਲੈ ਜਾਚਾਂ, ਜੀਵਨ ਦੀਆਂ ਸਿੱਖ ਲੈ ਜਾਚਾਂ, ਜੀਵਨ ਦੀਆਂ ਸੰਤਾਂ ਦੇ ਜਾਇਆ ਤੂੰ, ਜੀਵਨ ਦੀਆਂ ਸਿੱਖ ਲੈ ਜਾਚਾਂ, ਸੰਤਾਂ ਦੇ ਜਾਇਆ ਤੂੰ ਏ, ਜੀਵਨ ਦੀਆਂ ਸਿੱਖ ਲੈ ਜਾਚਾਂ। संत मुए क्या रोई है जो अपने ग्रह जाए, वो सख्त बापुरे जो हाटो हाट बिकाए। यूं गुरु की संगत बाबा लाल सिंह जी, बाबा करम सिंह जी महाराज दे माफ करना गुरु की संगत दी थां ते निरंकार दे देश नूं चले गए। संत बाबा अतर सिंह रूरू साहब वाले सारिਆਂ ने चलिया जाना। मुकरी गल की जिन्हां दे चरनां संत महाराज ने रह के सेवा की, उन्हां दी खुशी प्राप्त की। मुकरी गल की गुरु की संगत संत बाबा अतर सिंह मस्तूआणे वाले महापुरख, एक समय संत अतर सिंह रेरू साहब वाले मस्तूआणे गए तो मस्तूआणे महापुरखों नूं जाके आख्या, महापुरखो बई शरीर तो तुहाडा भी वडेरा हो गया, बड़ा समा असीं इकट्ठे आनंद माणे है, मैं तो बई कल नूं सचखंड जाने की तैयारी कर रही है, एक बारी कह दो वैरू। तो मेरा ख्याल है कि जे आपां इकट्ठे सचखंड नूं तुर जाइए तो माफ़ करना गुरु की संगत कितनी चंगी गल होवेगी, नाले बचन विलास करते चलांगे। संत बाबा तुसें मस्तूआणे महापुरखां ने आख्या, महापुरखो ख्याल तो तुहाडा नेक है, ख्याल तो तुहाडा बहुत चंगा है, पर कहते बई जे आपां इकट्ठे चले गए ना, इन्हां मनमुखा निंदकां दे सागतां ने अर्थ दा अनर्थ करना है। इन्हां ये कहना भी संत तां इकट्ठे मर गए, इन्हां ने कहना भी संत इकट्ठे मर गए। रेरू साहब ने महापुरखां नूं, मस्तूआणे महापुरखां ने आख्या, महापुरखो तुसीं चलो ते असीं तुहाडे पिछे पिछे आ रहे हैं, तुहाडे दसवें ते माफ़ करना गुरु की संगत, असीं भोग पाउण तों बाद असीं फिर आवांगे, तुहाडे नाल पिछे पिछे ही आ रहे हैं। इतों संत बाबा अतर सिंह रेरू साहब वालियां दा गुरु की संगत वापस रेरू साहब आउणा। रेरू साहब सानेवाल ते दुराहे दे विचाले पैंदा, जिथे कलगियां वाले पातशाह ने ते रेरू दा बूटा भी हुंदा सी किसे समय, जिथे महाराज दे चरण पए ने। मुकदी गल की गुरु की संगत संत बाबा अतर सिंह रेरू साहब वालियां ने संगतां नूं संबोधन करके अंमृत वेले उठ के साध संगत जी दस ते कई दिन पहला ही दिता सी, पर साध संगतां नूं संबोधन करते साध संगत सवेरे निरंकार दे देश चले जाना, चिट्टी चादर लैके अंमृत वेले बाबा अतर सिंह रेरू साहब वालियां दा लेटना ते एक बारी कहना, साध संगत जी कुछ मंग लो। मंगण दी तो कोई कमी नहीं सी छड्डी, एक बारी क्या, दूजी बारी क्या, माफ़ करना गुरु की संगत जदों दूजी बारी कहा तो किसी ने कुछ नहीं मंगिया। खीर महापुरखा ने एक श्वास खिंचिया, शरीर का त्याग इस तरह कर दिता जिवें सप कंज उतार के रख दिंदा। कोल महापुरख राणे वाले बैठे सी, संत महाराज जवानी उम्र सी, संत महाराज रोण लग गए। जदों रोण लग पे संत बाबा अतर सिंह रेरू साहब वाले एकदम वापस आए, एवें नहीं क्या आवे जाए निशंग ते गुरमुख आवे, गुरमुख जावे, आवे जाए निशंग गुरमुख आवे ते गुरमुख जावे।
ਜਾਏ ਨਿਸ਼ੰਗ ਗੁਰਮੁਖ ਆਵੇ ਤੇ ਗੁਰਮੁਖ ਜਾਵੇ ਆਵੇ ਜਾਏ ਨਿਸ਼ੰਗ ਜੀ ਗੁਰਮੁਖ ਆਵੇ ਤੇ ਗੁਰਮੁਖ ਜਾਵੇ ਗੁਰਮੁਖ ਆਵੇ ਜਾਏ ਨਿਸ਼ੰਗ ਗੁਰਮੁਖ ਮੈਲ ਨਾ ਲੱਗੇ ਪਤੰਗ ਰੇਰੂ ਸਾਹਿਬ ਵਾਲੇ ਮਹਾਂਪੁਰਖ ਫਿਰ ਆਏ ਕਹਿੰਦੇ ਕੀ ਗੱਲ ਰੋਣ ਲੱਗ ਪਿਆ ਈਸ਼ਰ ਆਖਿਆ ਗਰੀਬ ਨਾਲ ਮੈਂ ਕੁਝ ਮੰਗਣਾ ਆਖਿਆ ਜਦੋਂ ਅਸੀਂ ਕਿਹਾ ਸੀ ਮੰਗ ਲਾ ਉਦੋਂ ਤਾਂ ਮੰਗਿਆ ਨਹੀਂ ਦੱਸ ਕੀ ਮੰਗਣਾ ਆਖਿਆ ਜੀ ਕੱਖਾਂ ਦੀ ਕੁਟੀਆ ਹੋਵੇ ਕੱਖਾਂ ਦੀ ਕੁਟੀਆ ਹੋਵੇ ਜੰਗਲ ਬਿਆਬਾਨ ਉਜਾੜ ਦਾ ਇਲਾਕਾ ਹੋਵੇ ਤੀਜੇ ਨੰਬਰ ਤੇ ਨਹਿਰ ਦਾ ਕਿਨਾਰਾ ਹੋਵੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨ ਨੂੰ ਜਿੱਥੇ ਪਾਣੀ ਮਿਲ ਜਾਏ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਨੇ ਆਖਿਆ ਆਖਿਆ ਈਸ਼ਰ ਸਿੰਘ ਤੂੰ ਲੁਕਣਾ ਚਾਹੁੰਦਾ ਤੇਰੀਆਂ ਉਡੀਕਾਂ ਤੇ ਲੋਕੀ ਦਕਸ਼ਣੀ ਅਫਰੀਕਾ ਤੇ ਇੰਗਲੈਂਡ ਤੱਕ ਵਲੈਤਾਂ ਤੱਕ ਤੇਰੀਆਂ ਉਡੀਕਾਂ ਕਰ ਰਹੇ ਨੇ ਤੈਨੂੰ ਕਿਹੜੇ ਤੂੰ ਲੁਕਣਾ ਚਾਹੁੰਦਾ ਤੈਨੂੰ ਕਿਹੜੇ ਲੋਕੇ ਬੈਠਣ ਦੇਣਗੇ ਮੁੱਕਦੀ ਗੱਲ ਕਿ ਸੰਤ ਮਹਾਰਾਜ ਦਾ ਰੇਰੂ ਸਾਹਿਬ ਰਹਿਣਾ ਕੁਝ ਦਿਨ ਦੇ ਬਾਅਦ ਇੱਥੋਂ ਸੰਤ ਮਹਾਰਾਜ ਗੁਰੂ ਕੀ ਸੰਤ ਖੈਰ ਸੰਤ ਕਿਸ਼ਨ ਸਿੰਘ ਦੇ ਨਾਲ ਇੱਥੋਂ ਤੁਰ ਪਏ ਗਿਆਨ ਸਿੰਘ ਰਾੜੇ ਵਾਲਾ ਸੰਤ ਮਹਾਰਾਜ ਦਾ ਕਲਾਸ ਫੈਲੋ ਸੀ ਜਮਾਤੀ ਸੀ ਮਹਾਰਾਜ ਪਟਿਆਲੇ ਗੁਰਦੁਆਰਾ ਪੈਂਦਾ ਦੁਖ ਨਿਵਾਰਨ ਸਾਹਿਬ ਇਹਦੇ ਸਾਹਮਣੇ ਖੜੇ ਨੇ ਖੱਦਰ ਦੇ ਕੱਪੜੇ ਤੇ ਮਾਫ ਕਰਨਾ ਧੌੜੀ ਦੀ ਜੁੱਤੀ ਇਹਦੇ ਗਿਆਨ ਸਿੰਘ ਰਾੜੇ ਵਾਲੇ ਨੇ ਆਖਿਆ ਗੁਲਾਬ ਸਿੰਘ ਕੀ ਗੱਲ ਕਿਵੇਂ ਖੜਾ ਕਿਉਂਕਿ ਪਹਿਲਾਂ ਨਾ ਗੁਲਾਬ ਸਿੰਘ ਸੀ ਸੰਤ ਮਹਾਰਾਜ ਨੇ ਕਿਹਾ ਆਖਿਆ ਯਾਰ ਤਪੱਸਿਆ ਕਰਨੀ ਹੈ ਤਪੱਸਿਆ ਕਰਨੀ ਕੋਈ ਥਾਂ ਨਹੀਂ ਲੱਭਦੀ ਇੱਕ ਵਾਰੀ ਕਹਿ ਦੇ ਵਹਿਰੂ ਕੋਈ ਤਪੱਸਿਆ ਕਰਨੀ ਕੋਈ ਥਾਂ ਨਹੀਂ ਲੱਭਦੀ ਇਹਨੇ ਕਿਹਾ ਜੀ ਥਾਂ ਕਿਹੋ ਜਿਹੀ ਹੋਣੀ ਚਾਹੀਦੀ ਹੈ ਉਹਨਾਂ ਕਿ ਕੋਈ ਜੰਗਲ ਬਿਆਬਾਨ ਦਾ ਇਲਾਕਾ ਹੋਵੇ ਕੋਈ ਨਹਿਰ ਹੋਵੇ ਕੋਲ ਵਗਦੀ ਪਾਣੀ ਪੀਣ ਨੂੰ ਮਿਲ ਜੇ ਤੇ ਇਸ਼ਨਾਨ ਕਰਨ ਨੂੰ ਮਿਲ ਜੇ ਇਹਨੇ ਕਿਹਾ ਫਿਰ ਤੁਸੀਂ ਇੰਝ ਕਰੋ ਰਾੜੇ ਪਿੰਡ ਚਲੇ ਜਾਓ ਰਾੜਾ ਸਾਹਿਬ ਤੇ ਅੱਜ ਕੱਲ੍ਹ ਉਹਨਾਂ ਦੇ ਚਰਨ ਛੂਹ ਕਰਕੇ ਬਣਿਆ ਮਾਫ ਕਰਨਾ ਗੁਰੂ ਕੀ ਸੰਗਤ ਉਹਨੇ ਆਖਿਆ ਫਿਰ ਤੁਸੀਂ ਰਾੜੇ ਪਿੰਡ ਚਲੇ ਜਾਇਓ ਤੇ ਇੰਝ ਕਰਿਓ ਉੱਥੇ ਨਾ ਪੈਲ ਪੈਂਦਾ ਰਸਤੇ 'ਚ ਪੈਲ ਨਾ ਮੇਰਾ ਇੱਕ ਠਾਣਦਾਰ ਵਾਕਫ ਲੱਗਾ ਤੇ ਉਹਨੂੰ ਨਾਲ ਲੈ ਲਿਓ ਤਾਂ ਤੁਹਾਨੂੰ ਛੱਡ ਆਏਗਾ ਸੰਤ ਕਹਿੰਦੇ ਨਹੀਂ ਆਪਾਂ ਚਲੇ ਤੇ ਆਪੇ ਜਾਵਾਂਗੇ ਚਲੇ ਆਪਾਂ ਆਪੇ ਜਾਵਾਂਗੇ ਉੱਥੇ ਗੁਰੂ ਕੀ ਸੰਗਤ ਸੰਤ ਮਹਾਰਾਜ ਦਾ ਰਾੜਾ ਸਾਹਿਬ ਦੇ ਵਿੱਚ ਪੁੱਜਣਾ ਸਾਧ ਸੰਗਤ ਜੀ ਇਤਨਾ ਸੰਘਣਾ ਜੰਗਲ ਸੀ ਕਈ ਦਿਨ ਤੇ ਲੋਕਾਂ ਨੂੰ ਮਾਫ ਕਰਨਾ ਗੁਰੂ ਕਿਸੇ ਰਾਹਾਂ ਦਾ ਹੀ ਨਹੀਂ ਸੀ ਪਤਾ ਲੱਗਦਾ ਇੰਨਾ ਭਿਆਨਕ ਜੰਗਲ ਸੀ ਜੰਗਲ ਦੇ ਜੰਗਲੀ ਪੱਤੇ ਖਾ ਕੇ ਮਹਾਂਪੁਰਖਾਂ ਨੇ ਤਪੱਸਿਆ ਕੀਤੀ ਮੁੱਕਦੀ ਗੱਲ ਕਿ ਇਹੋ ਜਿਹਾ ਸਮਾਂ ਵੀ ਆਇਆ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਮਾਂ ਵੀ ਆਇਆ ਸਰਦੀ ਦੇ ਦਿਨ ਨੇ ਹੌਲੀ ਹੌਲੀ ਇਲਾਕਾ ਆਬਾਦ ਹੋਣਾ ਸ਼ੁਰੂ ਹੋਇਆ ਇੱਕ ਬੀਬੀ ਮਾਈ ਪ੍ਰਸ਼ਾਦਾ ਵਗੈਰਾ ਤਿਆਰ ਕਰਕੇ ਨਾ ਆਪਣੇ ਆਪਾਂ ਜਾਣਦੇ ਪਿੰਡਾਂ ਦੇ ਵਿੱਚ ਲੋਕ ਸਾਰੇ ਤੇ ਜ਼ਿਮੀਂਦਾਰਾਂ ਦੇ ਪ੍ਰਸ਼ਾਦੇ ਨੇ ਜਿਹੜੇ ਖੇਤਾਂ 'ਚ ਹੀ ਜਾਂਦੇ ਨੇ ਦੁਪਹਿਰ ਦੇ ਉਹ ਜੰਗਲ ਦੇ ਵਿੱਚੋਂ ਦੀ ਲੰਘ ਰਹੀ ਹੈ ਵੇਖਿਆ ਕਿ ਦੋ ਦਰਸ਼ਨੀ ਰੂਹਾਂ ਜਿਨ੍ਹਾਂ ਦੇ ਦਰਸ਼ਨ ਕਰਿਆ ਭੁੱਖ ਲੈਂਦੀ ਸੀ ਮਹਾਰਾਜ ਦੇ ਨੇੜੇ ਗਈ ਜਾ ਕੇ ਨਮਸਕਾਰ ਕੀਤੀ ਸੰਤ ਸਮਾਧੀ 'ਚ ਬੈਠੇ ਸੀ ਬੈਠੀ ਰਹੀ ਜਦੋਂ ਸਮਾਧੀ ਖੁੱਲ੍ਹੀ ਸੰਤਾਂ ਨੂੰ ਪ੍ਰਸ਼ਾਦਾ ਕਹਿੰਦੀ ਪ੍ਰਸ਼ਾਦਾ ਛਕੋ ਪ੍ਰਸ਼ਾਦਾ ਵਗੈਰਾ ਛਕਾਉਣ ਤੋਂ ਬਾਅਦ ਉਹ ਵਾਪਸ ਚਲੀ ਗਈ ਕੱਪੜੇ ਫਟੇ ਦੇਖ ਕੇ ਮੁੱਕਰੀ ਗੱਲ ਕੀ ਗੁਰੂ ਕੀ ਐਸੇ ਸਮਿਆਂ ਦੇ ਵਿੱਚੋਂ ਲੰਘੇ ਨੇ ਮਹਾਂਪੁਰਖ ਰਾੜੇ ਵਾਲਿਆਂ ਨੇ ਕਿਹਾ ਸੀ ਮਾਨਸਿਆਂ ਦਿਨ ਤੇ ਇੱਕ ਦਿਨ ਦੀ ਕਮਾਈ ਤਾਂ ਬਹੁਤ ਜ਼ਿਆਦਾ ਤੇਰੇ ਕੋਲੋਂ ਸਾਡੀ ਨਾ 15 ਮਿੰਟ ਦੀ ਕਮਾਈ ਨਹੀਂ ਮੁੱਕਣੀ
तू एक फूल था, तेरे जलवे हजार थे, तू एक साज था, तेरे नगमे हजार थे। मुकरी गल की गुरु की संगत कर गई ते दो बिस्तरे कढ़े चंगे। सर्दी की रुत सी, छोटे संतां दा सुभाव कई कहते मजाकी नहीं सी, मजाक दे विच बड़ी राज की गल कर जाते सन। अमृत वेले रात नूं 1-2 घंटे की नींद सी, कर लैन तो बाद इशनान करके समाधि च बह जाना। संत महाराज अज अमृत वेले उठे ना, रजाई दे निग करके ते उधर सूरज निकलिया आया। छोटे संत लगे कहण, छोटे संत अमृत टाइम से उठ के इशनान करके बैठ गए। जदों वड्डे संत उठे, संत बाबा ईशर सिंह, ते वेख्या भी सूरज निकलिया। संत बाबा किशन सिंह नूं कहते तो मैंने जगाया नहीं, अपनी मजाक जे क्या कहते चाहे रजाइयां का निक मान लो तो चाहे भगती कर लो, इक्को काम होना, दो थोड़े होने ने। वो बिस्तर रजाई बिस्तरा जो भी सी चक के ना गुरु की संगत फिर उत्थे नहर दे विच मारिया। फिर गुरु की संगत जंगल दे विचों एक निकल गए, एक पासे जंगल बड़ा संघना सी, उत्थे जाके संत महाराज चौंकड़ा मार के बैठ गए। 7 दिन समाधि नहीं खुली। एवें नहीं किया, कबीर मन निर्मल भया जैसे गंगा नीरो, पाछे लागो हर फिरै कहत कबीर कबीरो। माफ करना छोटे संत कहते मैं बथेरा जगाउण की कोशिश की, पर बाबा जी टस तो मस नहीं होए। 7वें दिन फिर उत्थे गुरु की संगत एक महापुरुष आया, महापुरुष की परमेश्वर ही आया। संत महाराज की समाधि खुली, नमस्कार की, बड़ी कृपा की जी। संत महाराज नूं बांह तो फड़ के क्या झाती मारो जंगल च, जिथे तक तुहाडी नज़र जाती है इत्थे बड़े लंगर लग्या करनगे, ये बड़ा पवित्र स्थान बन जाना है। थोड़े समय की गल है। मुकरी गल की गुरु की संगत हौली हौली फिर वो जंगल आबाद होया। समा थोड़ा जंगल आबाद होने तो बाद उत्थे गुरु की संगत फिर लंगर भी चलने शुरू हो गए। एक कोई मस्ताना जा मस्तानगी हालत में कोई साधु आउंदा, दो मिनट ही ठहरदा, लांगरी सिंघां नूं कहंदा भी आटा हैगा आटा दे दिओ, गुड़ हैगा गुड़ दे दिओ, ते माफ करना दुध हैगा दुध दे दिओ। वो दे दिंदे ने, वो घोल के ते उत्थे पी के तुर जांदा। आउंदा उदों माफ करना जदों कि साध संगत जी सारी संगत प्रशादा छक जाती। एक दिन इहो जिहा समय फिर आया, फिर संत महाराज नूं माफ करना सिंघां ने कहा बाबा जी एक साधु आउंदा मस्तानगी हालत आके ये गल कहता आटा हैगा आटा दे दिओ, दुध हैगा दुध दे दिओ, गुड़ हैगा गुड़ दे दिओ। महाराज साढ़े सामने वो सब कुछ असीं दिन्ने आं ते वो घोल के ते पी जांदा। संत कहते प्रेमियों ਉਹਦਾ परमेश्वर है तुहाडे लंगर की ਪ੍ਰੀਖਿਆ करने वास्ते आउंदा। महाराज कहते अज तो राणा साहब दे विच लंगर मुकना नहीं चाहिए। अज भी किसी समय तुसीं राणा साहब चले जाओ, तुसीं अपने स्थानां ते चले जाओ, जिथे भी तुर जाओ 24 घंटे लंगर चलते हैं। खैर गुरु की संगत संत जी महाराज 50 साल कीर्तन किया, पर एक समा वो भी आया खीरला समा उन्हां दा वेखण वाला सी। जिथे भी जाके वो बचन करते या कीर्तन शुरू करते सन, पहला जथे वाले लग्या करते, तो जथे वालियां नूं हुक्म सी भी तुसीं चलाने दे शब्द पढ़िया करो। आप भी जदों कीर्तन करना तो माफ़ करना गुरु की संगत संत जी महाराज ने बड़ा विराग दे विच कीर्तन से 1975 की जनवरी 9 माघ का मेला संत बाबा अतर सिंह रूसा वालियां दी बरसी सी 9 माघ नूं। अज महाराज जो दीवान दे विच आए गुरु की संगत
संत महाराज ने पहला शब्द पढ़न तो बाद जदों पहली धारना पढ़ी, धन जोबन फुल्लां दियां वाड़ियां ये सदा नहीं आबाद रहनियां। मुकरी गल की गुरु की संगत, बचन कीता गुरु नानक दी संगत, आउण वाले सियाल दियां रजाइयां दा निग कोई मां दा पुत विरला ही माणूगा। मुकरी गल की एक रमज सी। थां थां ते दीवान करन तो बाद फिर महाराज जी दा मुकरी गल की पटियाले दे आखिरी दीवान सन। आखिरी दीवान पटियाले लगे ने, वो 5 दीवान सन। उन्हां 5 दीवानां दे विच संत महाराज ने कीर्तन दे विच कह दित्ता सी, कोई समझदा सी जिन्नी कि किसी ने मत दित्ती परमेश्वर ने जां जिन्नी कि सोझी मिली महापुरखां पासों उन्नी की गल समझ गया। पया पुराना चोला जी दिन थोड़े रह गए, पया पुराना चोला दिन थोड़े रह गए, पया पुराना चोला जी पुराना चोला दिन थोड़े रह गए, पया पुराना चोला दिन थोड़े रह गए, पया पुराना चोला तन जो गुण अर फुलड़ा लाठड़िए दिन अपन केरे पत जू छोटा तन मन। क्यों महापुरखा ने इत्थे कीर्तन करन तो बाद जिथे भी कीर्तन होए मुकदी गल की राणा साहब तो महापुरखा दा चलना। छोटे संतां दे 2 घंटे की वो आखिरी मुलाकात मलाप सी। जदों संत महाराज भोरा साहब चों निकले, जथेदार महिंदर सिंह शरीर करके रंकार दे देश नूं चले गए ने। उन्होंने एक वचन दसिया सी कि मैं संत बाबा किशन सिंह दे नेत्रां च कदे हंझू नहीं सी वेखे। जदों महाराज बाहर आए भोरे दे विचों संत महाराज संत बाबा किशन सिंह जी ते बड़े वचन विलास की खैर आपस महापुरखों के वचन होए जो महापुरखी जानते हैं। इतों संत महाराज गड्डियां तैयार सन दिल्ली नूं भजना सी ते उस मौके साध संगत जी श्रद्धालुओं ने संघियां ने सेवकों ने बेनती की, बाबा जी कोई साढ़े ते कृपा कर जियो। कुर्सी लगी सी संत महाराज दी, एक कुर्सी दे वचन कीते सन। आख्या साध संगत जी सिंघां नूं आख्या भी एक अमृत वेले दा जागना बंद ना करियो। एक बारी कह दिओ वाहिगुरू, एक अमृत वेले दा जागना बंद ना करियो ते दूजे नंबर ते पिंडां ते शहरां दे कीर्तन दीवान ना बंद करियो। ये 2 काम कर लियो तुहाडा भला हो जाएगा। फिर संगत ने बेनती की, बाबा जी साढ़े ते कृपा करो। कहते तुसीं इंज करो, जथे जथे ना सिंह कीर्तन करया करनगे, एक तुसीं कीर्तन सुनना बंद ना करियो ते दूजे नंबर ते तुसीं दसवंध कढ़ना ना भुल्लियो, तुहाडा भला हो जाऊगा। खालसा जी महापुरख जदों लगे चलन नहीं दसिया जांदा। अज भी महापुरखों का जाना इंज लगता जिवें अज ही कह हुणे कह माफ करना गुरु की संगत। फिर जथेदार ने बेनती की, महाराज तुहाडे राणा साहब तबलान साहब वर्गे हापड़ वर्गे स्थानों का की बनूगा। संत कहते जथेदारा तू स्थानों की गल करदा,
साढ़े ध्यान च तां दुनिया ही नहीं है, साढ़े ध्यान विच दुनिया ही नहीं है। महापुरख तुर लगे बस इशारा किया माफ़ करना। कट के चार दहाड़े कूंजा तुर चलियां, कट के चार दहाड़े कूंजा तुर चलियां, कट के चार कट के चार दहाड़े कूंजा तुर चलियां। रुत फिरी बन कंबिया पकड़े चढ़ पाए, यारे माफ करना। गुरु की संगत संत महाराज दा दिल्ली पुजना कोको कोले वाले सरदार हुंदे सन। इत्थे महाराज 2-3 दिन रहे। उदों हवाई जहाज़ां दा अड्डा पालमपुर हुंदा सी। संत महाराज गुरु की संगत संगतां दियां नज़रां महापुरखां दे चेहरे ते टिकियां होईयां सन। उन्हां दा प्यारा महबूब, उन्हां दे दिलां दी धड़कन, उन्हां दे दिलां दा यानी। माफ़ करना गुरु की संगत। मानो गुरु की संगत जदों महाराज ने बचन किया, नदियां वाह वशोनियां मेला संजोगी राम, जुग जुग मैला विस भरे कोई जाने जोगी राम। संगतां दियां ताहां निकल गईयां, कई सिर ते हथ धर के बह गए। मुकरी गल की संतां ने कहा ठहरो, तुसीं क्यों रोंदे हो? महापुरखां ने आख्या साध संगत जी एक गल याद रखना, एक गल याद रखना, दे माफ़ करना शब्द मिलावा होता है। जेड़े बाणी नाल जुड़े रहणगे, जेड़े नाम नाल जुड़े रहणगे, असीं उन्हां दे अंग संग रहांगे। माफ़ करना कौन कहंदा संत अपने नाल जोड़दे ने? कहंदे जेड़े बाणी नाल जुड़े रहणगे, जेड़े नाम नाल जुड़े रहणगे, असीं उन्हां दे अंग संग रहांगे। शब्द मिलावा होता है, देह मिलावा ना है। माफ़ करना ते शरीर दा मिलाप तां हुण होना नहीं। परसों कीर्तन च गल चली सी, एक माफ़ करना गुरु की संगत सेंटर का मंत्री महाराज दे कोल आया, बेनती की, बाबा जी तुहानू समय का प्राइम मिनिस्टर मिलना चाहता। संत कहते लै मेरे को समा कित्थे? कहते किसी गरीब नूं तां समा दे दूंगा मैं, मेरे को नहीं है टाइम, मेरे को लैके ना ही फिर ना कहीं भी मेरी बेइज्जती की है, मैं नहीं मिलना। फिर संत महाराज जी साध संगत जी उतों चाले लगे एयरपोर्ट नूं। उस मौके उन्हें फिर बेनती की, बाबा जी उतों आ गए, कहते सुनो सरदार जी हुण किन्ने आउणा ते किन्ने जाना? कहते तू ही मिलता रही, हुण किन्ने आउणा ते किन्ने जाना? इतों मुकदी गल की गुरु की संगत, तुहाडी इंग्लैंड की धरती दे भाग जगाए, भाग की जगाए, जिथे भाणा वरताया सदा लई तीर्थ बना के रख दिता। एक बारी कह दे वाहिगुरू। माफ़ करना अज राड़ा साहब की संप्रदा का साधु तां की हर संप्रदा का साधु जदों इंग्लैंड आउंदा लोगों को पुछदा भी वो किहड़ा स्थान जिथे संत महाराज ने शरीर का त्याग किया सी। मुकदी गल की वो दर्शन करने ने।
सत्संग जी, संत महाराज, मेरा मन भी भर गया, टाइम भी कुछ हो गया, समा आज्ञा नहीं दिंदा। एक धारणा पढ़ लो। गए मुड़ के वापस नहीं आए ते सज्जन परदेस गए, मुड़ के वापस नहीं सज्जन परदेस गए, गए मुड़ के वापस नहीं परदेस गए जी गए, मुड़ के वापस नहीं सज्जन परदेस गए, मुड़ के वापस नहीं सज्जन परदेस गए, मुड़ के वापस प्यारे सज्जन परदेस गए, प्यारे जी सज्जन परदेस गए, वापस नहीं आए, वापस नहीं आए, मुड़ के 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 वापस नहीं आए, सज्जन परदेस गए, मुकदी गल की संत जी महाराज इस धरती ते पाना वरता के अपने निज स्वरूप दे विच चले गए, पर याद रखना उन्हां दे अज भी बचन, माफ करना, मिठे मिठे बोल, उन्हां दा दीदार, तू चो सज्जन मेंढे डेई सिस उतार, नैन महंजे तरसदे कद पसी दीदार। मुकदी गल की किसी का प्यो मर जाए, कोई 10 दिन 15 दिन महीना रो के चुप कर जाता, किसी का घर वाली चली है वो भी रो के चुप कर जाता, जवानी च पुत मर जाए, अज दुख कल दुख कोई घट जाता, फिर अगे घटते घटते 2-4 साल दे विच 10 साल च वो भी घट जाता, कोई घड़ी का रोना, कोई 2 घड़ियां का रोना, पर संत जी चले गए। साडी चोली च की पा गए उमरां दा रोना, गुरु की संगत
संत महाराज जिहो जी किसी की भावना सी ओहो जी पूरी हो जाती सी। पूरी की हो जाती सी। कीर्तन करते करते संत जी महाराज ने कदे उन्होंने कीर्तन वालियां कैसटां सुनो डराउंदे सन। कदे कदे मानो जिन्नियां भी संगत आउंदियां सन सबना दियां मनो शुभकामना पूरियां कर देंदे सन। 25 अगस्त 26 तरीक बनती अगे दी रात संत महाराज पाना वरता गए। 1975 दे विच गुरु की संगत उन्हां दिनां च ओ दिन सी जिस दिन दास फॉर्म भर रहा सी अपने ग्रैजुएशन दे। असी 5-4 मेरे दोस्त मेरे नाल सी। कहते यार साढ़े भी भर दे साढ़े भी भर दे। मैं थोड़े ही भर देना ठहरो। मैं फार्म जो भर रहा सी जो मैं एक फार्म भरिया 2 भरिया। एक पंजाबी ट्रिब्यून निकलती इंग्लिश की बेचारा बोलते ना सकिया। मेरे अगे न्यूज़ पेपर अगे करता। कहता यार मान सिंह एक बैड न्यूज़ आई है। मैं कहा कि यार कहता पढ़िया नहीं उन्हें। मैंने कहना तो आप ही पढ़ ला। लिखिया सी द संत ईश्वर सिंह राणा साहब डैडी जी। मैनू नहीं पता कि पेपर कितने गया। खैर समा गुजरता गया। खैर गुरु की संगत सतगुरु कृपा करना। संत बाबा ईश्वर सिंह महाराज की तुसी इस बरसी के संबंध च आए हो। गुरु नानक साहब तुहानू पुत्रां वालियां पुत्रां दीयां दातां बख्शण। कारोबार वालियां कारोबार बख्शण। जिहड़े कच्चे ने पक्के हो जाण उन्हां दे कागज बन जाण। जिन्हां कोल जॉबां ने उन्हां जॉबां बख्शण। तुहानू खुशियां बख्शण। तुहाडे सारिआं दे सिर ते मेरे सिर ते भी माफ़ करना गुरु साहब हाथ रखन। जदों संत जी महाराज दा शरीर जल प्रवाह करना सी पंजाब दा चीफ मिनिस्टर ज्ञानी जैल सिंह हैलीकाप्टर के राही भौर साहब सतलुज दरिया के कंढे ते पैंदा जिथे मेरे कलगियां वाले ने 13 दिन 13 माफ़ करना 13 घंटे 13 पैर 13 घंटे 13 घड़ियाँ बैठ के एक चौंकड़े के उत्ते चौपाई सब उच्चारण की सी। मुकदी गल की ज्ञानी जी उतों बोर्ड दे विच बैठ के जदों उस बोर्ड दे विच गए जिहदे विच संत जी महाराज दा शरीर सी तुसीं यकीन नहीं करोगे जिस पवित्र बक्से संत महाराज दा शरीर सी उत्ते शीशा सी लगा। 4 शेरे 700 घट्टो घट्ट 2-2 क्विंटल दे यानी जिन्हों कह लो 5 मन बन जाता। वो गोले बने हुए सी ताकि बक्सा संत जी महाराज दा जल के विच वो पूरी तरह जल कवर कर लवे डुब जाए। ज्ञानी जैल सिंह जी उत्थे जदों बोर्ड के राही उस बोर्ड च पुजे जिथे संत महाराज दा शरीर सी जिस बोर्ड च रखिया। पंजाब के चीफ मिनिस्टर ने यह गल कही सी ज्ञानी जैल सिंह ने कहता साध संगत बर्मा ने 4 वेद उच्चारण किए सन। संत ईश्वर सिंह राणे वाले 5वां वेद सन। पर अज संत बाबा ईश्वर सिंह दे सचखंड जान तो बाद दुनिया दे विचों रूहानियत की दुनिया खत्म हो गई है। खालसा जी मुक्ति गल की गुरु की संगत कहने बहुत कुछ है क्या नहीं जाता। पर एक शब्द पढ़ के माफ़ करना गुरु की संगत समा आज्ञा नहीं दे रहा। खैर ते सज्जन मेंढे रंगले जाए सुते जीरान माफ़ करना।
ਸਾਡੇ ਤੁਰ ਗਏ ਦਿਲਾਂ ਦੇ ਜਾਨੀ, ਮੈਂ ਕਿਹਦੇ ਗਲ ਰੋਵਾਂ ਲੱਗ ਕੇ। ਤੁਰ ਗਏ ਦਿਲਾਂ ਦੇ ਕਿਹਦੇ ਗਲ ਰੋਵਾਂ ਲੱਗ ਕੇ। ਸਾਡੇ ਤੁਰ ਗਏ ਸਮਾਂ ਆਗਿਆ ਨਹੀਂ ਦਿੰਦਾ। ਇੰਨੇ ਹੀ ਸ਼ਬਦ ਪ੍ਰਵਾਨ ਕਰੋ। ਇੱਕ ਬਚਨ ਨਾ ਭੁੱਲਣਾ। ਇੱਕ ਇਸ ਸਥਾਨ 'ਤੇ ਜਿਹੜੀਆਂ ਸੰਗਤਾਂ ਵੀ ਦੂਰ ਨੇੜੇ ਆਉਣਗੀਆਂ, ਸ਼ਰਧਾ ਰੱਖ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀਆਂ ਸਾਰੀਆਂ ਸ਼ਰਧਾ ਪੂਰੀਆਂ ਕਰਨਗੇ। ਖਾਲਸਾ ਜੀ ਮਾਫ਼ ਕਰਨਾ। ਗੁਰੂ ਕੀ ਸੰਗਤ, ਸੰਤ ਮਹਾਰਾਜ, ਸਾਡਾ ਰੱਬ, ਸਾਡੇ ਪਿਆਰੇ, ਸਾਡੇ ਪ੍ਰੀਤਮ ਗੁਰੂ ਕੀ ਸੰਗਤ ਰੋਜ਼ ਬਾਣੀ ਪੜ੍ਹਦੇ ਹਾਂ। ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਅੱਜ ਉਹਨਾਂ ਮਹਾਂਪੁਰਖਾਂ ਦੀ ਯਾਦ ਦੇ ਸੰਬੰਧ ਵਿੱਚ ਆਪਨੇ ਹਾਜ਼ਰੀ ਭਰੀ ਹੈ। ਅੱਜ ਦੇ ਕੀਰਤਨ ਦਾ ਫਲ ਤੁਹਾਨੂੰ ਹਜ਼ਾਰਾਂ ਗੁਣਾ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ